ਮਹਿੰਦਰਪਾਲ ਮਹਿੰਦਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਮੈਂ ਰੈੱਡ ਕਰਾਸ ਦਿਵਸ ਤੇ ਵਿਸ਼ੇਸ਼ ਜਾਣਕਾਰੀ ਤੁਹਾਡੇ ਲਈ ਲੈ ਕੇ ਆਇਆ ਹਾਂ। ਮੈਂ ਇਸ ਨੂੰ ਇੱਕ ਨਵੇਂ ਯਤਨ ਦੇ ਨਾਲ ਇੰਟਰਵਿਊ ਦੇ ਰੂਪ ਵਿੱਚ ਤੁਹਾਡੇ ਲਈ ਲੈ ਕੇ ਆਇਆ ਹਾਂ। ਇੰਟਰਵਿਊ ਕਰਨਗੇ ਸਾਡੇ ਇਲਾਕੇ ਦੇ ਸਿਰਮੌਰ ਲੇਖਕ ਸ੍ਰੀ ਜਗਦੀਸ਼ ਰਾਏ ਕੁਲਰੀਆ ਜੀ, ਤੇ ਉਹ ਜੋ ਵਡਮੁੱਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਹਨ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਜੀ ਦੇ। ਉਮੀਦ ਕਰਦਾ ਹਾਂ ਤੁਸੀਂ ਇਹਨਾਂ ਵਿਚਾਰਾਂ ਤੋਂ ਬਹੁਤ ਭਰਪੂਰ ਲਾਭ ਉਠਾਓਗੇ। ਬਹੁਤ ਹੀ ਵਡਮੁੱਲੇ ਵਿਚਾਰ ਹਨ। ਮੈਂ ਇਹਨਾਂ ਦੋਹਾਂ ਹੀ ਮਹਾਨ ਸ਼ਖਸੀਅਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਲਈ ਖਾਸ ਕਰ ਇੱਕ ਵਿਸ਼ੇਸ਼ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਜਿਨ੍ਹਾਂ ਸਾਥੀਆਂ ਨੇ ਹਜੇ ਤੱਕ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਲੱਗੇ ਘੰਟੀ ਦੇ ਬਟਨ 'ਤੇ ਵੀ ਜ਼ਰੂਰ ਕਲਿੱਕ ਕਰਨ ਤਾਂ ਜੋ ਮੇਰੇ ਵੱਲੋਂ ਪੋਸਟ ਕੀਤੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਬਹੁਤ ਬਹੁਤ ਧੰਨਵਾਦ। ਆਓ ਦੇਖੀਏ ਇੰਟਰਵਿਊ। ਬਹੁਤ ਹੀ ਸਤਿਕਾਰਯੋਗ ਹਾਜ਼ਰੀਨ ਅਤੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਦਰਸ਼ਕ ਤੇ ਸਰੋਤਿਓ, ਸਭ ਨੂੰ ਸਤਿ ਸ੍ਰੀ ਅਕਾਲ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਦਾ ਦਿਨ ਸਾਡੇ ਲਈ ਇੱਕ ਮਹਾਨ ਦਿਨ ਹੈ। ਸਾਡੇ ਕੋਲ ਇੱਕ ਵਿਸ਼ਵ ਪੱਧਰੀ ਜੋ ਸਾਡੀ ਸਮਾਜ ਸੇਵੀ ਸੰਸਥਾ ਹੈ ਰੈੱਡ ਕਰਾਸ, ਉਸ ਦਾ ਅੱਜ ਵਿਸ਼ਵ ਪੱਧਰੀ ਦਿਹਾੜਾ ਹੈ 8 ਮਈ। ਇਸ ਦਿਹਾੜੇ ਦੀ ਮਹੱਤਤਾ ਬਾਰੇ, ਇਸ ਸੁਸਾਇਟੀ ਦੇ ਕੰਮਕਾਜ ਬਾਰੇ, ਸਾਡੇ ਸਮਾਜ ਨੂੰ ਇਸ ਸੁਸਾਇਟੀ ਦੀ ਕੀ ਦੇਣ ਹੈ, ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਜਾਣਨ ਦੇ ਲਈ ਸਾਡੇ ਕੋਲ ਅੱਜ ਇੱਕ ਵਿਦਵਾਨ ਹਸਤੀ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਜੀ ਸਾਡੇ ਨਾਲ ਨੇ, ਜੋ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਜਿਨ੍ਹਾਂ ਦਾ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਜੋ ਸਾਡੀਆਂ ਸਹਿ ਪਾਠਾਂਤਰ ਕਿਰਿਆਵਾਂ ਨੇ ਸਕੂਲਾਂ ਦੇ ਵਿੱਚ, ਚਾਹੇ ਉਹ ਰੈੱਡ ਕਰਾਸ ਹੋਵੇ, ਭਾਰਤ ਸਕਾਊਟ ਐਂਡ ਗਾਈਡ ਵਿੰਗ ਹੋਵੇ, ਚਾਹੇ ਉਹ ਕੌਮੀ ਸੇਵਾ ਯੋਜਨਾ NCC ਦਾ ਯੂਨਿਟ ਹੋਵੇ, ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਸੱਭਿਆਚਾਰ ਅਤੇ ਵਿਰਸੇ ਨਾਲ ਵੀ ਬਹੁਤ ਨੇੜੇ ਤੋਂ ਜੁੜੇ ਹੋਏ ਨੇ। ਉਹਨਾਂ ਦੀਆਂ ਗੱਲਾਂ ਬਹੁਤ ਮਹੱਤਤਾ ਰੱਖਦੀਆਂ ਨੇ। ਅੱਜ ਦੇ ਇਸ ਦਿਹਾੜੇ ਬਾਰੇ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਜੋ ਸਾਡਾ ਅੱਜ ਦਾ ਇਹ ਦਿਹਾੜਾ ਹੈ ਇਹਦੀ ਜਾਣਕਾਰੀ ਹੈ। ਸਾਡਾ ਇੱਕ ਸੈਸ਼ਨ ਰੱਖਿਆ ਹੈ, ਇਸ ਸੈਸ਼ਨ ਦੇ ਵਿੱਚ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ, ਜੀ ਆਇਆਂ ਨੂੰ ਕਹਿੰਦਾ ਹਾਂ। ਬਹੁਤ ਬਹੁਤ ਧੰਨਵਾਦ ਜੀ ਕੁਲਰੀਆ ਸਾਹਿਬ। ਮੈਂ ਆਪਣੇ ਵੱਲੋਂ ਜਿੰਨੇ ਵੀ ਸਰੋਤੇ ਇਸ ਅੰਤਰਰਾਸ਼ਟਰੀ ਦਿਵਸ ਦੇ ਉੱਤੇ ਜੋ ਕਿ ਸਮੁੱਚੀ ਮਨੁੱਖਤਾ ਨੂੰ ਪ੍ਰਣਾਇਆ ਹੋਇਆ ਦਿਨ ਹੈ, ਇਸ ਦਿਨ 'ਤੇ ਜੁੜੇ ਨੇ, ਉਹਨਾਂ ਸਾਰੇ ਹੀ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ। ਗੁੱਡ ਮਾਰਨਿੰਗ। ਤੇ ਉਮੀਦ ਕਰਦਾ ਕਿ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚੋਂ, ਆਪੋ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਤੰਦਰੁਸਤੀ ਦੇ ਵਿੱਚ ਹੋਵੋਗੇ। ਤੇ ਮੈਂ ਇਸ ਗੱਲ ਦੀ ਅਰਦਾਸ ਵੀ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਰਹੋ। ਹਾਂਜੀ, ਸ਼ੁਕਰੀਆ ਪ੍ਰਿੰਸੀਪਲ ਸਾਹਿਬ, ਬਹੁਤ ਬਹੁਤ ਧੰਨਵਾਦ। ਬਿਨਾਂ ਕਿਸੇ ਭੂਮਿਕਾ ਤੋਂ ਮੈਂ ਸਿੱਧਾ ਜੋ ਅੱਜ ਦਾ ਦਿਹਾੜਾ ਹੈ ਇਸ ਨਾਲ ਜੁੜੇ ਸਵਾਲਾਂ ਵੱਲ ਆਪਾਂ ਰੁਖ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗਾ ਕਿ ਰੈੱਡ ਕਰਾਸ ਜਿਹੜੀ ਸੁਸਾਇਟੀ ਹੈ ਸਾਡੀ, ਇਹਦਾ ਮਕਸਦ ਕੀ ਹੈ, ਇਹਦੇ ਬਾਰੇ ਚਾਨਣਾ ਪਾਓ ਸਰ। ਹਾਂਜੀ ਕੁਲਰੀਆ ਸਾਹਿਬ, ਤੁਹਾਡਾ ਜਿਹੜਾ ਮੁੱਢਲਾ ਸਵਾਲ ਹੈ, ਰੈੱਡ ਕਰਾਸ ਸੁਸਾਇਟੀ ਜਿਵੇਂ ਕਿ ਅਸੀਂ ਸਾਰੇ ਜਣੇ ਜਾਣਦੇ ਹਾਂ ਕਿ ਜਦੋਂ ਤੋਂ ਮਨੁੱਖ ਇਸ ਧਰਤੀ ਦੇ ਉੱਤੇ ਆਦਿ ਮਾਨਵ ਤੋਂ ਲੈ ਕੇ ਇੱਕ ਪਰਿਵਾਰਿਕ ਜੀਵਨ ਤੇ ਆਧੁਨਿਕ ਮਨੁੱਖ ਤੱਕ ਦਾ ਸਫ਼ਰ ਤੈਅ ਕਰਦਾ ਹੈ, ਤਾਂ ਮਨੁੱਖ ਇਸ ਕਾਇਨਾਤ ਦੇ ਵਿੱਚ ਇੱਕ ਅਜਿਹਾ ਪ੍ਰਾਣੀ ਹੈ ਜੋ ਕਿ ਬਾਕੀਆਂ ਦੇ ਮੁਕਾਬਲਤਨ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਹੈ। ਸੰਵੇਦਨਸ਼ੀਲਤਾ ਦੀ ਬਦੌਲਤ ਇਹ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝਦਾ ਹੈ, ਮਹਿਸੂਸ ਕਰਦਾ ਹੈ। ਪਰਿਵਾਰਾਂ ਦੇ ਵਿੱਚ ਰਹਿੰਦੇ ਹਾਂ ਤੇ ਪਰਿਵਾਰਾਂ ਨੂੰ ਜਦੋਂ ਅਸੀਂ ਵੱਡੀਆਂ ਇਕਾਈਆਂ ਦੇ ਰੂਪ ਵਿੱਚ ਦੇਖਦੇ ਹਾਂ ਤਾਂ ਸਾਡਾ ਸਮਾਜ, ਸਾਡੀ ਸੁਸਾਇਟੀ, ਸਾਡੀ ਨੇਸ਼ਨ
ਤੇ ਫਿਰ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸੰਸਾਰ ਦੇ ਵਿੱਚ ਪਹੁੰਚ ਜਾਂਦੇ ਹਾਂ। ਤਾਂ ਇੱਥੇ ਮਨੁੱਖ ਦੇ ਰਹਿੰਦਿਆਂ ਹੋਇਆਂ ਜਦੋਂ ਸੰਵੇਦਨਸ਼ੀਲਤਾ ਦੇ ਤਹਿਤ ਮਨੁੱਖਾਂ ਦੇ ਦੁੱਖ ਦਰਦ ਇੱਕ ਦੂਸਰੇ ਨੂੰ ਦੇਖਣਾ, ਉਹਨਾਂ ਦੁੱਖਾਂ ਦਰਦਾਂ ਦੇ ਵਿੱਚ ਵਿਚਰਦਿਆਂ ਹੋਇਆਂ, ਤੇ ਜਦੋਂ ਕਦੇ ਵੱਡੇ ਪੱਧਰ ਦੇ ਉੱਤੇ ਕੋਈ ਮਹਾਮਾਰੀਆਂ ਹੋਈਆਂ, ਖਾਸ ਤੌਰ ਦੇ ਉੱਤੇ ਤੁਹਾਨੂੰ ਧਿਆਨ ਹੋਏਗਾ ਵਰਲਡ ਵਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਉਸ ਸਮੇਂ ਦੇ ਦੌਰਾਨ ਸਰ ਹੈਨਰੀ ਡਿਊਨਾਸ, ਜਿਨ੍ਹਾਂ ਦਾ ਨਾਮ ਸੰਸਾਰ ਪੱਧਰ ਦੇ ਉੱਤੇ ਅੱਜ ਬੜੇ ਹੀ ਸਨਮਾਨ ਦੇ ਨਾਲ ਲਿਆ ਜਾਂਦਾ ਹੈ, ਕਿਉਂਕਿ ਸਰ ਹੈਨਰੀ ਡਿਊਨਾਸ ਇੱਕ ਵਿਅਕਤੀ ਨਹੀਂ, ਉਸ ਇੱਕ ਵਿਅਕਤੀ ਨੇ ਇੱਕ ਇੰਨੀ ਵੱਡੀ ਸੰਸਥਾ ਸਾਡੇ ਸਾਹਮਣੇ ਮਨੁੱਖਤਾ ਦੇ ਭਲੇ ਹਿੱਤ ਖੜੀ ਕੀਤੀ, ਜਿਹੜੀ ਕਿ ਪੂਰੇ ਸੰਸਾਰ ਦੇ ਵਿੱਚ ਸਮੁੱਚੀ ਕਾਇਨਾਤ ਮਨੁੱਖਾਂ ਦੇ ਦੁੱਖਾਂ ਦਰਦਾਂ ਨੂੰ ਭਾਵਪੂਰ ਢੰਗ ਨਾਲ ਸਮਝਦਿਆਂ ਹੋਇਆਂ ਉਹਨਾਂ ਦੀ ਸਾਂਝੀਦਾਰ ਬਣਦੀ ਹੈ, ਉਹਨਾਂ ਦੀ ਮੱਲਮ ਪੱਟੀ ਕਰਦੀ ਹੈ ਤੇ ਉਹਨਾਂ ਨੂੰ ਰਿਲੀਫ ਦਿੰਦੀ ਹੈ। ਵਰਲਡ ਰੈੱਡ ਕਰਾਸ ਡੇ ਜੋ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਹਰ ਇੱਕ ਉਹਨਾਂ ਲੋਕਾਂ ਦੁਆਰਾ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਸੰਵੇਦਨਸ਼ੀਲਤਾ ਹੈ, ਜਿਹੜੇ ਲੋਕ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਵਰਲਡ ਰੈੱਡ ਕਰਾਸ ਦੇ ਨਾਲ ਜੁੜੇ ਹੋਏ ਨੇ। ਤੇ ਭਾਵੇਂ ਜਦੋਂ ਸਾਡੇ ਕੋਲ ਵਰਲਡ ਵਾਰ ਹੋਈ ਉਸ ਸਮੇਂ ਦੇ ਉੱਤੇ ਸਰ ਹੈਨਰੀ ਡਿਊਨਾਸ ਜਦੋਂ ਇੱਕ ਵਿਅਕਤੀ ਦੇ ਤੌਰ ਦੇ ਉੱਤੇ ਵਿਚਰ ਰਹੇ ਸੀ, ਅਸੀਂ ਦੇਖਦੇ ਹਾਂ ਕਿ ਇੱਕ ਐਕਸੀਡੈਂਟ ਹੋਇਆ ਹੁੰਦਾ ਹੈ। ਉਸ ਐਕਸੀਡੈਂਟ ਦੇ ਰੋਡ ਦੇ ਕੋਲ ਦੀ ਬਹੁਤ ਸਾਰੇ ਵਿਅਕਤੀ ਨੇ ਉਹ ਲੰਘਦੇ ਨੇ ਤੇ ਕੋਈ ਉੱਥੋਂ ਆਪਣਾ ਅੱਖ ਚੁਰਾ ਕੇ ਲਗਾਤਾਰ ਆਪਣੇ ਕੰਮ ਦੇ ਵਿੱਚ ਲੰਘ ਜਾਂਦਾ ਹੈ, ਪਰੰਤੂ ਬਹੁਤ ਸਾਰੇ ਵਿਅਕਤੀ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਤੋਂ ਉੱਥੇ ਕੁਰਲਾ ਰਹੇ ਵਿਅਕਤੀਆਂ ਦਾ ਦਰਦ ਦੇਖਿਆ ਨਹੀਂ ਜਾਂਦਾ, ਸੰਵੇਦਨਸ਼ੀਲਤਾ ਜ਼ਿਆਦਾ ਹੁੰਦੀ ਹੈ। ਜਦੋਂ ਵਰਲਡ ਵਾਰ ਹੋਈ ਉਸ ਸਮੇਂ ਸਰ ਹੈਨਰੀ ਡਿਊਨਾਸ ਇੱਕ ਇੰਨਾ ਸੰਵੇਦਨਸ਼ੀਲ ਵਿਅਕਤੀ ਸੀ ਕਿ ਜਦੋਂ ਕਤਲੋਗਾਰਤ ਹੋ ਰਿਹਾ ਸੀ, ਲੋਕ ਦੁੱਖ ਦਰਦ ਦੇ ਨਾਲ ਕੁਰਲਾ ਰਹੇ ਸਨ, ਉਸ ਸਮੇਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਸੁਸਾਇਟੀ ਨੂੰ ਬਣਾਉਣ ਦਾ ਫੁਰਨਾ ਆਇਆ। ਫਿਰ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਇੰਡੀਵਿਜੂਅਲ ਲੈਵਲ ਦੇ ਉੱਤੇ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝ ਕੇ ਜਿੰਨਾ ਕੁ ਵੀ ਉਹ ਰਿਲੀਫ ਦੇ ਸਕਦੇ ਸਨ, ਫਿਰ ਉਹਨਾਂ ਨੇ ਹੋਰ ਲੋਕਾਂ ਨੂੰ ਨਾਲ ਜੋੜਿਆ, ਆਪਣੇ ਸਾਥੀਆਂ ਨੂੰ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ। ਤੇ ਫਿਰ ਜਦੋਂ ਕੋਈ ਵਿਅਕਤੀ ਜਨੂੰਨ ਦੀ ਹੱਦ ਤੱਕ ਕਿਸੇ ਵੀ ਕੰਮ ਨੂੰ ਕਰਨਾ ਚਾਹੁੰਦਾ, ਇੱਕ ਠਾਣ ਲੈਂਦਾ, ਤਾਂ ਫਿਰ ਉਹ ਵੱਡੇ ਪੱਧਰ ਦੇ ਉੱਤੇ ਸੰਗਠਨ ਖੜਾ ਕਰ ਲੈਂਦਾ। ਤੇ ਇਸ ਤਰ੍ਹਾਂ ਕਰਕੇ ਸਰ ਹੈਨਰੀ ਡਿਊਨਾਸ ਨੇ ਅੱਜ ਜਿਹੜੀ ਸੰਸਥਾ ਜਿਸ ਦਾ ਕਿ ਅੱਜ ਅਸੀਂ ਦਿਨ ਮਨਾ ਰਹੇ ਹਾਂ, ਜੋ ਕਿ ਲਗਭਗ ਸਾਡੀ ਆਜ਼ਾਦੀ ਦੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਦਿਵਸ ਹੈ ਉਹ ਮਨਾਉਣਾ ਸ਼ੁਰੂ ਹੋਇਆ ਸੀ 47-48 ਦੇ। ਅਸੀਂ ਲਗਭਗ ਜੇ ਇਤਿਹਾਸ ਦੇ ਵਿੱਚ ਇਹ ਜਿਹੜੇ ਨਾਮ ਨੇ ਇਹ ਦਸਤਾਵੇਜ਼ ਦਰਜ ਨੇਗੇ। ਇਸ ਤਰ੍ਹਾਂ ਕਰਕੇ ਜਿਹੜੀ ਸੁਸਾਇਟੀ ਹੈਗੀ ਇਹ ਮਨੁੱਖਤਾ ਦੇ ਭਲੇ ਹਿੱਤ ਸੰਸਾਰ ਪੱਧਰ ਦੇ ਉੱਤੇ ਹੋਂਦ ਦੇ ਵਿੱਚ ਆਈ। ਬਿਲਕੁਲ ਠੀਕ। ਹਾਂ ਸਰ, ਤੁਸੀਂ ਜਿਵੇਂ ਦੱਸਿਆ ਕਿ ਜਿਹੜੀ ਰੈੱਡ ਕਰਾਸ ਹੈ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੈ, ਮਨੁੱਖਤਾ ਦੇ ਭਲੇ ਦੇ ਲਈ ਇਹ ਸੁਸਾਇਟੀ ਹੋਂਦ ਦੇ ਵਿੱਚ ਆਈ ਹੈਗੀ ਹੈ। ਸੁਸਾਇਟੀ ਵੱਲੋਂ ਮੁੱਖ ਤੌਰ ਤੇ ਕੀ ਮਤਲਬ ਕਾਰਜ ਕੀਤੇ ਜਾਂਦੇ ਨੇ? ਜਿਵੇਂ ਤੁਸੀਂ ਦੱਸਿਆ ਵੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਕਿਤੇ ਕੋਈ ਮਹਾਮਾਰੀ ਫੈਲਦੀ ਹੈ। ਬੇਸ਼ੱਕ ਅਸੀਂ ਹੁਣ ਅਜੋਕੇ ਸਮੇਂ ਵਿੱਚ ਵੀ ਦੇਖੋ ਇੱਕ ਮਹਾਮਾਰੀ ਦੇ ਦੌਰ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ। ਪਿਛਲੇ ਸਾਲ ਤੋਂ 2020 ਦੇ ਵਿੱਚ ਤੁਸੀਂ ਦੇਖਿਆ ਵੀ ਕਿੰਨਾ ਵੱਡਾ ਜਿਹੜਾ ਸੰਕਟ ਆ ਮਨੁੱਖਤਾ ਦੇ ਉੱਪਰ ਆ ਰਿਹਾ ਹੈ, ਮਨੁੱਖ ਦੇ ਉੱਪਰ ਆਇਆ, ਸਮਾਜ ਦੇ ਉੱਪਰ ਆਇਆ ਹੈ। ਇਸੇ ਤਰ੍ਹਾਂ ਜਿਹੜੀ ਇਹ ਸਾਡੀ ਭਾਰਤੀ ਜਾਂ ਮਤਲਬ ਵਿਸ਼ਵ ਜਿਹੜੀ ਰੈੱਡ ਕਰਾਸ ਸੁਸਾਇਟੀ ਹੈਗੀ ਹੈ, ਜਿਹੜਾ ਅਸੀਂ ਅੱਜ ਦਿਨ ਮਨਾ ਰਹੇ ਹਾਂ, ਇਹ ਮੁੱਖ ਤੌਰ ਤੇ ਕੀ ਇਹਦੇ ਕੰਮ ਕੀਤੇ ਜਾਂਦੇ ਨੇ, ਵਿਦਿਆਰਥੀ ਇਹਨਾਂ ਨਾਲ ਕਿਵੇਂ ਜੁੜਦੇ ਨੇ, ਇਹਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਸਾਨੂੰ ਜਾਣਨਾ ਪਾਓ। ਬਹੁਤ ਅੱਛਾ ਸਵਾਲ ਹੈ ਜੀ ਸਰ ਤੁਹਾਡਾ। ਇਹ ਗੱਲ ਸਪਸ਼ਟ ਹੈ ਕਿ ਮਨੁੱਖ ਹੀ ਮਨੁੱਖ ਦਾ ਹਮਦਰਦ ਹੁੰਦਾ ਹੈ। ਮਨੁੱਖ ਹੀ ਮਨੁੱਖ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਇਹ ਵੀ ਗੱਲ ਸੱਚ ਹੈ ਕਿ ਜੋ ਮਨੁੱਖ ਇੱਥੇ ਆਇਆ ਹੈ ਉਹਦੀ ਜ਼ਿੰਦਗੀ ਦੇ ਵਿੱਚ ਜੋਇਜ਼ ਐਂਡ ਸੋਰੋਜ਼, ਦੁੱਖ ਤੇ ਸੁੱਖ ਦੋਨੋਂ ਉਹਦੇ ਅਟੁੱਟ ਅੰਗ ਨੇ। ਪਰੰਤੂ ਅਸੀਂ ਦੇਖਦੇ ਹਾਂ ਕਿ ਜਿਹੜੀ ਪੂਰੀ ਦੀ ਪੂਰੀ ਨੇਚਰ ਹੈ, ਪ੍ਰਕਿਰਤੀ ਹੈ, ਉਹ ਮਨੁੱਖ ਦੇ ਲਈ ਹੈ, ਮਨੁੱਖ ਨੂੰ ਵੱਡੇ ਪੱਧਰ ਦੇ ਉੱਤੇ ਬਹੁਤ ਕੁਝ ਦਿੰਦੀ ਹੈ। ਪਰ ਮਨੁੱਖ ਜਿੱਥੇ ਇਸ ਸੁਸਾਇਟੀ ਤੋਂ ਬਹੁਤ ਕੁਝ ਲੈਂਦਾ ਹੈ, ਉੱਥੇ ਇੱਕ ਹੰਕਾਰੀ ਪ੍ਰਵਿਰਤੀ ਦਾ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਆਪਾਂ ਕਹ ਲਈਏ ਪਸ਼ੂਆਂ ਵਰਗੀ ਪ੍ਰਵਿਰਤੀ। ਇਸੇ ਕਰਕੇ ਨਾ ਮਨੁੱਖ ਨੂੰ ਅਸੀਂ ਜਾਣਦੇ ਹਾਂ ਸਰੋਤਿਓ ਕਿ
ਸੋਸ਼ਲ ਐਨੀਮਲ ਕਿਹਾ ਜਾਂਦਾ ਹੈ। ਉਹ ਜਿਹੜੀ ਹਉਮੈ ਹੈ ਉਸ ਦੀ ਬਦੌਲਤ ਪਦਾਰਥਵਾਦੀ ਪ੍ਰਕਿਰਿਆ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਕੋਲੇ ਵੱਧ ਜਾਇਦਾਦ, ਜ਼ਮੀਨ, ਹਉਮੈ, ਸ਼ਕਤੀ ਉਹ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਲੜਾਈ ਝਗੜੇ, ਜੰਗਾਂ, ਇੱਕ ਦੂਜੇ ਨੂੰ ਦੁੱਖ ਦਰਦ ਦੇਣਾ, ਰਿਸ਼ਤੇ ਨਾਤਿਆਂ ਦੇ ਵਿੱਚ ਤਰੇੜਾਂ ਆਉਣਾ, ਉਹ ਸਾਰਾ ਕੁਝ ਇੱਥੇ ਸੁਸਾਇਟੀ ਦੇ ਵਿੱਚ ਚੱਲਦਾ ਹੈ। ਅਤੇ ਜਦੋਂ ਚੱਲਦਾ ਹੈ ਉਦੋਂ ਅਸੀਂ ਦੇਖਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਅਤੇ ਦੂਸਰੇ ਪਾਸੇ ਜਦੋਂ ਮਨੁੱਖ ਇਸ ਪ੍ਰਕਿਰਤੀ ਦੇ ਨਾਲ ਛੇੜਛਾੜ ਕਰਦਾ ਹੈ ਉਹਦੇ ਵਿੱਚ ਇੱਕ ਅਸੰਤੁਲਨਤਾ ਪੈਦਾ ਹੋ ਜਾਂਦੀ ਹੈਗੀ। ਉਸ ਅਸੰਤੁਲਨ ਵਾਤਾਵਰਨ ਦੇ ਕਾਰਨ ਸਾਡੀ ਇਸ ਪ੍ਰਕਿਰਤੀ ਦੇ ਵਿੱਚ ਜਦੋਂ ਛੇੜਛਾੜ ਹੁੰਦੀ ਹੈਗੀ ਤਾਂ ਉਹਦੇ ਨਾਲ ਵੀ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਮਹਾਂਮਾਰੀਆਂ ਨੇਗੀਆਂ ਉਹ ਸਮੇਂ ਦੇ ਉੱਤੇ ਪੈਦਾ ਹੁੰਦੀਆਂ ਨੇ। ਅਸੀਂ ਜਾਣਦੇ ਹਾਂ ਕਿ ਪਾਣੀ ਸਾਡਾ ਗੰਦਲਾ ਹੋ ਰਿਹਾ ਹੈ, ਹਵਾ ਸਾਡੀ ਗੰਦਲੀ ਹੋ ਰਹੀ ਹੈ। ਤਾਂ ਇਸ ਤਰ੍ਹਾਂ ਕਰਕੇ ਤੁਸੀਂ ਸਵਾਲ ਕੀਤਾ ਹੈ ਕਿ ਮਨੁੱਖ ਦੇ ਲਈ ਇਹ ਸੁਸਾਇਟੀ ਕਿਵੇਂ ਕੰਮ ਕਰਦੀ ਹੈ। UNO ਸਰ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਜਦੋਂ ਕਿਤੇ ਵੀ ਸੰਸਾਰ ਪੱਧਰ ਦੇ ਉੱਤੇ ਕੋਈ ਜੰਗਾਂ ਲੱਗਦੀਆਂ ਨੇ, ਦੇਸ਼ਾਂ ਦੇ ਵਿੱਚ ਕੋਈ ਭੀੜਾਂ ਪੈਂਦੀਆਂ ਨੇ, ਉਸ ਸਮੇਂ UNO ਦੁਆਰਾ ਰੈੱਡ ਕਰਾਸ ਸੁਸਾਇਟੀ ਨੂੰ ਇੱਕ ਕੋਲੈਬੋਰੇਸ਼ਨ ਦੇ ਰੂਪ ਦੇ ਵਿੱਚ ਉੱਥੇ ਜਾ ਕੇ ਲੋਕਾਂ ਦਾ ਫਾਇਦਾ, ਲੋਕਾਂ ਨੂੰ ਰਿਲੀਫ ਪਹੁੰਚਾਉਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ। UNICEF ਬੱਚਿਆਂ ਦੇ ਲਈ ਕੰਮ ਕਰਨ ਵਾਸਤੇ, UNO ਤੇ ਨਾਲ ਦੀ ਨਾਲ ਸਾਡੀ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਸ ਵੱਲੋਂ ਵੀ ਇਸ ਦੇ ਨਾਲ ਰਲ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੰਮ ਕੀਤਾ ਜਾਂਦਾ ਹੈ। ਇਸ ਦਾ ਕੰਮ ਹੈਗਾ ਕਿ ਉੱਥੇ ਮੱਲਮ ਪੱਟੀ, ਉੱਥੇ ਕੋਈ ਦਵਾਈ ਬੂਟੀ, ਉੱਥੇ ਕੋਈ ਮੈਡੀਕਲ ਫੈਸਿਲਿਟੀ ਜਿਸ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਹੁੰਦੀ ਹੈਗੀ, ਉਹ ਇਹਨਾਂ ਦੀਆਂ ਬਾਕਾਇਦਾ ਤੌਰ ਦੇ ਉੱਤੇ ਯੂਨਿਟ ਨੈਸ਼ਨਲ ਪੱਧਰ 'ਤੇ ਬਣੇ ਨੇ, ਵਰਲਡ ਲੈਵਲ 'ਤੇ ਬਣੇ ਨੇ। ਅਤੇ ਇਸ ਮੈਂ ਇੱਕ ਗੱਲ ਇਹ ਵੀ ਤੁਹਾਨੂੰ ਦੱਸੂੰਗਾ ਕਿ ਇਹ ਇੱਕ ਅਜਿਹੀ ਖੂਬਸੂਰਤ ਆਰਗੇਨਾਈਜੇਸ਼ਨ ਹੈ ਜਿਸ ਦੇ ਵਿੱਚ ਮਨੁੱਖਤਾ ਨੂੰ ਦੇਖਿਆ ਜਾਂਦਾ ਹੈ, ਉਸ ਚੌਕਠੇ ਦੇ ਵਿੱਚ, ਨਾ ਕਿ ਕਿਸੇ ਨੇਸ਼ਨ ਨੂੰ ਦੇਖਿਆ ਜਾਂਦਾ ਹੈ। ਤਾਂ ਇਸ ਤਰ੍ਹਾਂ ਕਰਕੇ ਜਦੋਂ ਕਦੇ ਭੀੜਾਂ ਪੈਂਦੀਆਂ ਨੇ ਉੱਥੇ ਜਾ ਕੇ ਇਹਨਾਂ ਦੀਆਂ ਜਿਹੜੀਆਂ ਟੀਮਾਂ ਨੇ UNO ਨਾਲ ਰਲ ਕੇ, UNICEF ਨਾਲ ਰਲ ਕੇ ਅਤੇ WHO ਰਲ ਕੇ ਉੱਥੇ ਜਾ ਕੇ ਆਪਣਾ ਕੰਮ ਕਰਦੀਆਂ ਨੇ ਅਤੇ ਲੋਕਾਂ ਨੂੰ ਰਿਲੀਫ ਦਿੰਦੀਆਂ ਨੇ। ਬਿਲਕੁਲ ਠੀਕ ਹੈ, ਤੁਹਾਡੀ ਗੱਲ ਸਹੀ ਹੈਗੀ ਹੈ। ਤੁਹਾਡੇ ਕਹਿਣ ਦਾ ਮਤਲਬ ਵੀ ਜਦੋਂ ਵੀ ਕਿਤੇ ਕੋਈ ਸੰਕਟਕਾਲੀਨ ਸਥਿਤੀ ਪੈਦਾ ਹੁੰਦੀ ਹੈ ਤਾਂ ਜਿਹੜੇ ਰੈੱਡ ਕਰਾਸ ਦੇ ਵਲੰਟੀਅਰ ਨੇ, ਰੈੱਡ ਕਰਾਸ ਜਿਹੜੀ ਸੰਸਥਾ ਹੈ ਇਹ ਤਿਆਰ ਰਹਿੰਦੀ ਹੈ। ਖਾਸ ਤੌਰ 'ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿਉਂਕਿ ਤੁਹਾਡਾ ਜਿਹੜਾ ਜੀਵਨ ਹੈ, ਲੰਬਾ ਸਮਾਂ ਜਿਹੜਾ ਤੁਹਾਡਾ ਤਜਰਬਾ ਹੈ, ਤੁਹਾਡਾ ਕੰਮਕਾਜ ਦਾ ਖੇਤਰ ਹੈ, ਉਹ ਸਿੱਖਿਆ ਨਾਲ ਸੰਬੰਧਿਤ ਹੈਗਾ। ਤਾਂ ਜਿਹੜੇ ਵਿਦਿਆਰਥੀ ਨੇ ਉਹ ਇਸ ਨਾਲ ਕਿਵੇਂ ਜੁੜ ਸਕਦੇ ਨੇ ਅਤੇ ਇਹ ਵਿਦਿਆਰਥੀਆਂ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈਗੀ ਹੈ ਅਤੇ ਉਹ ਸਮਾਜ ਨੂੰ ਇੱਕ ਚੰਗਾ ਸਮਾਜ ਬਣਾਉਣ ਵਾਸਤੇ ਜਿਹੜੇ ਵਿਦਿਆਰਥੀ ਨੇ ਉਹ ਕੀ ਰੋਲ ਅਦਾ ਕਰ ਸਕਦੇ ਨੇ ਇਸ ਸੁਸਾਇਟੀ ਦੇ ਜ਼ਰੀਏ? ਇਹਦੇ ਬਾਰੇ ਕੁਝ ਸਾਨੂੰ ਜਾਣਕਾਰੀ ਦਿਓ। ਬਿਲਕੁਲ ਠੀਕ ਹੈ ਸਰ ਕੁਲਰੀਆਂ ਜੀ, ਕਿਉਂਕਿ ਕਿਸੇ ਕੌਮ ਦਾ ਸਰਮਾਇਆ ਵਿਦਿਆਰਥੀ ਹੁੰਦੇ ਨੇ, ਨੌਜਵਾਨ ਹੁੰਦੇ ਨੇ। ਕਿਉਂਕਿ ਨੌਜਵਾਨਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਦੀ ਪ੍ਰਵਿਰਤੀ ਪੈਦਾ ਕਰਨੀ ਚਾਹੁੰਦੇ ਹਾਂ, ਭਰਨਾ ਚਾਹੁੰਦੇ ਹਾਂ, ਸਪਿਰਿਟ, ਉਹ ਭਰੀ ਜਾ ਸਕਦੀ ਹੈ। ਸਾਡੇ ਕੋਲੇ ਜਿਹੜੇ ਨੌਜਵਾਨ ਨੇ ਉਹ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਅਤੇ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਕੋਲੇ 3 ਲੈਵਲ ਨੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੇ ਸਕੂਲ ਲੈਵਲ ਦੇ ਉੱਤੇ ਗੱਲ ਕਰੂੰਗਾ ਕਿਉਂਕਿ ਜਿਸ ਸੰਸਥਾ ਦੇ ਵਿੱਚ ਮੈਂ ਕੰਮ ਕਰ ਰਿਹਾ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ, ਸਾਡੇ ਸਕੂਲ ਨੂੰ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੇ JRC ਮਾਡਲ ਸਕੂਲ ਦਾ ਦਰਜਾ ਦਿੱਤਾ ਹੋਇਆ ਹੈ। ਮੈਂ ਸਰੋਤਿਓ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੂੰਗਾ ਕਿ ਜੂਨੀਅਰ ਰੈੱਡ ਕਰਾਸ ਮਾਡਲ ਸਕੂਲ ਜਿਹੜੇ ਸਾਡੇ ਚੰਡੀਗੜ੍ਹ ਵਿਖੇ ਹੈੱਡ ਆਫਿਸ ਹੈ ਉਹਨਾਂ ਦੁਆਰਾ ਹਰੇਕ ਜ਼ਿਲ੍ਹੇ ਦੇ ਵਿੱਚ 3-3, 4-4 ਸਕੂਲਾਂ ਨੂੰ JRC ਮਾਡਲ ਸਕੂਲ ਬਣਾਇਆ ਹੋਇਆ ਹੈ। ਇਹ JRC ਮਾਡਲ ਸਕੂਲ ਕੀ ਹੈ ਕਿ ਉਹ ਸਕੂਲ ਜਿਸ ਸਕੂਲ ਦੇ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਯੂਨਿਟ ਐਸਟੈਬਲਿਸ਼ ਕੀਤਾ ਹੋਇਆ ਹੈ, ਉਸ ਦੇ ਵਿੱਚ ਜਿਹੜਾ ਉਸ ਨੂੰ ਚਲਾਉਣ ਵਾਲਾ ਇੱਕ ਟੀਚਰ ਹੁੰਦਾ ਹੈ ਉਸ ਨੂੰ ਅਸੀਂ ਜੂਨੀਅਰ ਰੈੱਡ ਕਰਾਸ ਕਾਉਂਸਲਰ ਬੋਲਦੇ ਹਾਂ। ਕਾਉਂਸਲਰ ਇੱਕ ਅਧਿਆਪਕ ਕੋਈ ਵੀ ਹੋ ਸਕਦਾ ਹੈ ਅਤੇ ਇਸ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 30 ਤੋਂ ਲੈ ਕੇ ਵੀ 50 ਤੱਕ ਜਿੰਨੀ ਵੀ ਹੋ ਸਕਦੀ ਹੈ, 1, 2, 3, 4, 5 ਯੂਨਿਟ ਬਣ ਸਕਦੇ ਹਨ। ਇਸ ਦੇ ਮੈਂਬਰ ਬਣਨ ਦੇ ਲਈ ਕੋਈ ਉਮਰ ਦੀ ਸੀਮਾ ਨਹੀਂ ਹੈ। ਇਸ ਦੇ ਮੈਂਬਰ ਬਣਨ ਦੇ ਲਈ ਕੋਈ ਜਾਤ, ਧਰਮ, ਰੰਗ, ਨਸਲ, ਕਿਸੇ ਕਿਸਮ ਦੀ ਕੋਈ ਬੰਦਿਸ਼ ਨਹੀਂ ਹੈ। ਕਿਸੇ ਵੀ ਧਰਮ, ਜਾਤ, ਰੰਗ, ਨਸਲ ਦਾ ਕੋਈ ਵਿਅਕਤੀ, ਕਿਸੇ ਵੀ ਉਮਰ ਦਾ ਕੋਈ ਵਿਅਕਤੀ, ਕਿਸੇ ਵੀ ਰਿਲੀਜਨ ਦਾ ਕੋਈ ਵਿਅਕਤੀ
ਇਸ ਦਾ ਮੈਂਬਰ ਬਣ ਸਕਦਾ ਹੈ। ਬਸ ਇਸ ਦਾ ਮੈਂਬਰ ਬਣਨ ਦੇ ਲਈ ਇੱਕੋ ਹੀ ਸ਼ਰਤ ਹੈ ਕਿ ਉਸ ਵਿਅਕਤੀ ਦੇ ਅੰਦਰ ਮਨੁੱਖਤਾ ਦੇ ਪ੍ਰਤੀ ਹਮਦਰਦੀ ਵਾਲੀ ਭਾਵਨਾ ਹੋਣੀ ਚਾਹੀਦੀ ਹੈ। ਸਕੂਲਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ JRC ਗਰੁੱਪ, ਤੇ ਜਿਹੜੇ ਕਾਲਜਾਂ ਦੇ ਵਿੱਚ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਅਸੀਂ SRC ਗਰੁੱਪ ਕਹਿੰਦੇ ਹਾਂਗੇ, ਸੀਨੀਅਰ ਰੈੱਡ ਕਰਾਸ ਯੂਨਿਟ ਗਰੁੱਪ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਅਸੀਂ SRC ਗਰੁੱਪ ਕਹਿੰਦੇ ਹਾਂ ਉਸਨੂੰ। ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਜੇਕਰ ਤੁਸੀਂ ਮੈਨੂੰ ਇਹ ਗੱਲ ਕਹਿਣਾ ਚਾਹੋਗੇ ਕਿ ਕੀ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਟ੍ਰੇਨਿੰਗ ਦਿੰਦੇ ਹਾਂ। ਕਿਸ ਗੱਲ ਦੇ ਲਈ ਤਿਆਰ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹ ਵੱਡੇ ਹੋ ਕੇ ਸੁਸਾਇਟੀ ਦੇ ਵਿੱਚ ਵਿਚਰਨ ਤਾਂ ਉਹਨਾਂ ਦੇ ਅੰਦਰ ਸੁਸਾਇਟੀ ਦੇ ਵਿੱਚ ਜਦੋਂ ਕਦੇ ਕੋਈ ਦੁਖੀ ਵਿਅਕਤੀ ਹੁੰਦਾ ਹੈ ਉਸ ਦੇ ਪ੍ਰਤੀ ਹਮਦਰਦੀ ਵਾਲੀ ਭਾਵਨਾ ਪੈਦਾ ਹੋਵੇ। ਸਲਮ ਏਰੀਆ ਵਿੱਚ ਰਹਿੰਦੇ ਹੋਏ ਜਿਹੜੇ ਸਾਡੇ ਲੋਕ ਨੇ ਉਹਨਾਂ ਦੇ ਕੋਲੇ ਜਾ ਕੇ, ਕਿਉਂਕਿ ਸਹੂਲਤਾਂ ਘੱਟ ਹੁੰਦੀਆਂ ਨੇ, ਜਿਹੜੇ ਸਾਡੇ ਜੂਨੀਅਰ ਰੈੱਡ ਕਰਾਸ ਵਲੰਟੀਅਰ ਨੇ ਸਕੂਲ ਦੇ, ਉੱਥੇ ਜਾ ਕੇ ਕੈਂਪ ਲਾਉਂਦੇ ਨੇ। ਉਹਨਾਂ ਕੈਂਪਾਂ ਦੇ ਰਾਹੀਂ ਉਹਨਾਂ ਨੂੰ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਉਹਦੇ ਬਾਰੇ ਵਿੱਚ ਜਾਗਰੂਕ ਕਰਦੇ ਨੇ, ਉਹਨਾਂ ਨੂੰ ਐਜੂਕੇਸ਼ਨ ਦੇ ਬਾਰੇ ਵਿੱਚ ਜਾਗਰੂਕ ਕਰਦੇ ਨੇ, ਉਹਨਾਂ ਨੂੰ ਜਿਹੜੀਆਂ ਹੈਲਥ ਦੀਆਂ ਸਹੂਲਤਾਂ ਨੇ ਉਹਨਾਂ ਦੇ ਬਾਰੇ ਵਿੱਚ ਜਾਗਰੂਕ ਕਰਦੇ ਨੇ। ਤੇ ਕਿਤੇ ਨਾ ਕਿਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਸਮੇਂ-ਸਮੇਂ ਦੇ ਉੱਤੇ ਜਾਂ ਉਹ ਆਪਣੇ ਪੱਧਰ ਤੇ ਲੋਕਾਂ ਤੋਂ ਕੁਛ ਨਾ ਕੁਛ ਫੰਡ ਕਲੈਕਟ ਕਰਕੇ ਲੋੜਵੰਦਾਂ ਨੂੰ ਕੋਈ ਕੰਬਲ ਵਗੈਰਾ ਦੀ ਕੋਈ ਸਹੂਲਤ ਸਰਦੀਆਂ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਜਿਸ ਨੂੰ ਕਿ ਮੰਨ ਲਓ ਗਰੀਬ ਹੈ, ਕੋਈ ਇਲਾਜ ਚੱਲ ਰਿਹਾ ਹੈ, ਉਸ ਕੋਲੇ ਪੈਸੇ ਨਹੀਂ ਹੁੰਦੇ, ਉਹਦੀ ਦਵਾਈ ਬੂਟੀ ਵਾਸਤੇ ਇੰਤਜ਼ਾਮ ਕਰਦੇ ਹਨ। ਤੇ ਨਾਲ ਦੀ ਨਾਲ ਉਹਨਾਂ ਦੇ ਅਸੀਂ ਟ੍ਰੇਨਿੰਗ ਕੈਂਪ ਲਗਾਉਂਦੇ ਹਾਂ। ਉਹ ਟ੍ਰੇਨਿੰਗ ਕੈਂਪਾਂ ਦੇ ਰਾਹੀਂ 10 ਰੋਜ਼ਾ ਟ੍ਰੇਨਿੰਗ ਕੈਂਪ ਨੇ। ਮੇਰੇ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਹੁਣ ਤੱਕ ਆਨੰਦਪੁਰ ਸਾਹਿਬ ਵਿਖੇ, ਤਾਰਾ ਦੇਵੀ ਵਿਖੇ, ਸ਼ਿਮਲਾ ਵਿਖੇ, ਚੰਡੀਗੜ੍ਹ ਵਿਖੇ ਜਾਂ ਸੈਕਰਡ ਹਾਰਟ ਸਕੂਲ ਮੋਗਾ ਵਿਖੇ, ਅੰਮ੍ਰਿਤਸਰ ਵਿਖੇ, ਕੁਰੂਕਸ਼ੇਤਰਾ ਵਿਖੇ, ਤੇ ਇਸੇ ਤਰ੍ਹਾਂ ਹੀ ਪਟਿਆਲਾ ਵਿਖੇ, ਤੇ ਇਸੇ ਤਰ੍ਹਾਂ ਹੀ ਜਲੰਧਰ ਵਿਖੇ ਮੇਰੇ ਵਿਦਿਆਰਥੀ ਹੁਣ ਤੱਕ ਇਹਨਾਂ ਵੱਖ-ਵੱਖ ਕੈਂਪਾਂ ਦੇ ਵਿੱਚ ਜਾ ਚੁੱਕੇ ਨੇ। ਤੇ ਉਹਨਾਂ ਵਿਦਿਆਰਥੀਆਂ ਦੇ ਵਿੱਚ ਅਸੀਂ ਇਸ ਤਰ੍ਹਾਂ ਕਰਕੇ ਰੈੱਡ ਕਰਾਸ ਸੁਸਾਇਟੀ ਨਾਲ ਜੋੜਦੇ ਹਾਂ, ਮਨੁੱਖਤਾ ਦੇ ਪ੍ਰਤੀ ਹਮਦਰਦ ਬਣਾਉਂਦੇ, ਕਿਉਂਕਿ ਐਜੂਕੇਸ਼ਨ ਦਾ ਇੱਕ ਅਹਿਮ ਪਾਰਟ ਹੈ। ਜੇਕਰ ਕਿਸੇ ਵਿਅਕਤੀ ਦੇ ਅੰਦਰ ਸੰਵੇਦਨਸ਼ੀਲਤਾ ਨਹੀਂ ਹੈ ਤਾਂ ਇਹਦਾ ਮਤਲਬ ਉਹ ਸਹੀ ਮੈਨੇ ਵਿੱਚ ਐਜੂਕੇਟ ਨਹੀਂ ਹੋਇਆ ਹੋਇਆ। ਸਹੀ ਗੱਲ ਹੈ ਤੁਹਾਡੀ ਸਰ। ਇੱਕ ਸਰ ਇਹ ਗੱਲ ਹੈ ਵੀ ਜੋ ਰੈੱਡ ਕਰਾਸ ਦਾ ਜ਼ਿਆਦਾ ਨਾਮ ਹੈ ਉਹ ਫਸਟ ਏਡ ਪਲੱਸ ਜੋ ਆਪਣਾ ਬਲੱਡ ਡੋਨੇਸ਼ਨ ਹੈ, ਖੂਨਦਾਨ ਵਾਸਤੇ ਜੋ ਬੱਚਿਆਂ ਨੂੰ ਜਾਂ ਆਪਣੇ ਨਾਗਰਿਕਾਂ ਨੂੰ ਉਤਸ਼ਾਹਿਤ ਕਰਦਾ ਹੈਗਾ। ਕਿਉਂਕਿ ਸਾਡੇ ਸਮਾਜ 'ਚ ਦੇਖਣ ਦੇ ਵਿੱਚ ਆਇਆ ਹੈ ਵੀ ਖਾਸ ਤੌਰ 'ਤੇ ਜੇਕਰ ਅਸੀਂ ਪੰਜਾਬ ਦੀ ਕਈ ਵਾਰੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਵੀ ਜੋ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਭਟਕ ਕੇ ਨਸ਼ਿਆਂ ਵੱਲ ਜਾਂ ਕਿਸੇ ਹੋਰ ਪਾਸੇ ਜਾ ਰਹੇ ਨੇ, ਤਾਂ ਜਦੋਂ ਬਲੱਡ ਡੋਨੇਸ਼ਨ ਵਰਗੀਆਂ ਗਤੀਵਿਧੀਆਂ ਚੱਲਦੀਆਂ ਨੇ, ਚਾਹੇ ਫਸਟ ਏਡ ਦੀ ਮਤਲਬ ਸਹੂਲਤ ਟ੍ਰੇਨਿੰਗ ਦੀ ਗੱਲਾਂ ਚੱਲਦੀਆਂ ਨੇ, ਤਾਂ ਕੀ ਰੈੱਡ ਕਰਾਸ ਇਹਦੇ ਵਿੱਚ ਕਿੰਨਾ ਕੁ ਸਹਿਯੋਗ ਕਰਦੀ ਹੈ? ਕੀ ਮੁੱਖ ਰੋਲ ਹੁੰਦਾ ਉਹ 'ਚ ਰੈੱਡ ਕਰਾਸ ਸੁਸਾਇਟੀ ਦਾ? ਹਾਂਜੀ ਸਰ, ਤੁਸੀਂ ਗੱਲ ਕੀਤੀ ਹੈ ਖੂਨਦਾਨ, ਮਹਾਦਾਨ, ਅੱਖਾਂ ਦਾਨ। ਇਹ ਸਾਡੀ ਸੁਸਾਇਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੁਣ ਤਾਂ ਸਰੀਰ ਦਾਨ ਵੀ ਕੀਤੇ ਜਾਂਦੇ ਹਨ, ਕਿਉਂਕਿ ਮੈਡੀਕਲ ਜਿਹੜੇ ਫੈਸਿਲਿਟੀਜ਼ ਦੇ ਵਿੱਚ ਟ੍ਰੇਨਿੰਗ ਲੈ ਰਹੇ ਡਾਕਟਰ ਨੇ ਉਹਨਾਂ ਦੇ ਲਈ ਬੋਡੀਜ਼ ਦੀ ਜ਼ਰੂਰਤ ਪੈਂਦੀ ਹੈ। ਅਸਲ ਦੇ ਵਿੱਚ ਅਸੀਂ ਜਦੋਂ ਨੌਜਵਾਨ ਹੁੰਦੇ ਹਨ ਉਸੇ ਅਵਸਥਾ ਦੇ ਵਿੱਚ ਕਹਿੰਦੇ ਨੇ ਵੀ ਜਿਵੇਂ ਘੁਮਿਆਰ ਉਸ ਮਿੱਟੀ ਨੂੰ, ਜਿਹੜੀ ਕਿ ਕੱਚੀ ਮਿੱਟੀ ਹੁੰਦੀ ਹੈ, ਉਹ ਜਿਸ ਤਰ੍ਹਾਂ ਦਾ ਵੀ ਖੂਬਸੂਰਤ ਭਾਂਡਾ ਬਣਾਉਣਾ ਚਾਹੁੰਦਾ ਹੈ ਉਸ ਦੀ ਸ਼ੇਪ ਉਸ ਨੂੰ ਦੇ ਸਕਦਾ ਹੈ। ਇਸੇ ਤਰ੍ਹਾਂ ਹੀ ਅਸੀਂ ਅਧਿਆਪਕ ਮੰਨਦੇ ਹਾਂ ਕਿ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਉਸ ਸਮੇਂ ਉਹਨਾਂ ਦੀਆਂ ਜਿਹੜੀਆਂ ਆਦਤਾਂ ਨੇ ਹਲੇ ਪੱਕੀਆਂ ਨਹੀਂ ਹੁੰਦੀਆਂ, ਪੱਕਣ ਵਾਲੇ ਪਾਸੇ ਵੱਲ ਨੂੰ ਜਾ ਰਹੀਆਂ ਹੁੰਦੀਆਂ ਨੇ, ਬਣ ਰਹੀਆਂ ਹੁੰਦੀਆਂ ਨੇ। ਤੇ ਸਾਡੀ ਐਜੂਕੇਸ਼ਨ ਦਾ ਇੱਕ ਵੱਡਾ ਮਕਸਦ ਹੈਗਾ ਕਿ ਅਸੀਂ ਨੌਜਵਾਨਾਂ ਦੀਆਂ ਜਿਹੜੀਆਂ ਆਦਤਾਂ ਨੇ, ਵਿਵਹਾਰ ਨੇ, ਉਹ ਚੰਗੀਆਂ ਬਣਾਉਣੀਆਂ ਹੁੰਦੀਆਂ ਨੇ। ਖੂਨਦਾਨ ਵਰਗੀਆਂ ਗੱਲਾਂ ਅਸੀਂ ਜਦੋਂ ਵਿਦਿਆਰਥੀਆਂ ਨੂੰ, ਜਿਹੜੇ ਵਿਦਿਆਰਥੀ ਆਪ ਖੂਨਦਾਨ ਨਹੀਂ ਦੇ ਸਕਦੇ, ਸਕੂਲਾਂ ਦੇ ਵਿੱਚ ਜਦੋਂ ਅਸੀਂ NSS ਦੇ ਰਾਹੀਂ, ਸਕਾਊਟ ਐਂਡ ਗਾਈਡ ਦੇ ਰਾਹੀਂ, ਰੈੱਡ ਕਰਾਸ ਦੇ ਰਾਹੀਂ ਜਿਹੜੇ ਸਾਡੇ ਵਿਦਿਆਰਥੀ 18 ਸਾਲ ਤੋਂ ਵੱਡੇ ਹੁੰਦੇ ਹਨ, ਖੂਨ ਦੇ ਸਕਦੇ ਹਨ, ਉਹਨਾਂ ਨੂੰ ਤਾਂ ਅਸੀਂ ਮੋਟੀਵੇਟ ਕਰਦੇ ਹਾਂ ਕਿ ਉਹ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪਾਂ ਦੇ ਵਿੱਚ ਖੂਨ ਦਾਨ ਕਰਨ। ਪਰੰਤੂ ਜਿਹੜੇ ਵਿਦਿਆਰਥੀ ਇਸ ਤੋਂ ਘੱਟ ਉਮਰ ਦੇ ਹੁੰਦੇ ਹਨ ਅਸੀਂ ਉਹਨਾਂ ਨੂੰ ਵੀ ਉੱਥੇ ਲੈ ਕੇ ਜਾਂਦੇ ਹਾਂ, ਕਿਉਂਕਿ ਉੱਥੇ ਉਹ ਦੇਖਦੇ ਨੇ ਇੱਕ ਝਿਜਕ ਜਿਹੜੀ ਕਿ ਵਿਅਕਤੀ ਦੇ ਮਨ ਦੇ ਵਿੱਚ, ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਅਨੇਕਾਂ ਵਿਅਕਤੀਆਂ ਨੂੰ ਖੂਨਦਾਨ ਦੇਣ ਦੇ ਲਈ ਮੋਟੀਵੇਟ ਕੀਤਾ ਹੈ। ਪਰੰਤੂ ਜਦੋਂ ਉਹਨਾਂ ਨੂੰ ਪਹਿਲੀ ਵਾਰੀ ਖੂਨਦਾਨ ਦੇਣ ਦੇ ਲਈ ਮੋਟੀਵੇਟ ਕਰਕੇ ਲੈ ਕੇ ਗਏ ਹਾਂ, ਉਹਨਾਂ ਦੇ ਮਨ ਦੇ ਵਿੱਚ ਵੱਡੀ ਉਮਰ ਦੇ ਵਿੱਚ ਵੀ ਬੜੇ ਵੱਡੇ ਪੱਧਰ 'ਤੇ
ਝਿਜਕ ਸੀ, ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਸਕੂਲ ਦੇ ਵਿੱਚ ਲੜਕੀਆਂ ਵੀ ਕੁਲਰੀਆਂ ਸਾਹਿਬ ਲੜਕੀਆਂ ਨੇ ਵੀ 25-30 ਨੇ ਹੁਣ ਤੱਕ ਖੂਨਦਾਨ ਕੀਤਾ ਹੋਇਆ ਹੈਗਾ। ਜਦੋਂ ਕਿ +1 +2 ਦੀਆਂ ਲੜਕੀਆਂ ਦੇ ਲਈ ਖੂਨਦਾਨ ਕਰਨਾ ਤੁਸੀਂ ਸਭ ਜਾਣਦੇ ਹੋ ਕਿ ਲੜਕੀਆਂ ਦੇ ਵਿੱਚ ਖਾਸ ਤੌਰ ਤੇ ਪੇਂਡੂ ਖੇਤਰ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਖੂਨ ਦੀ ਕਮੀ ਹੁੰਦੀ ਹੈ, ਪਰ ਅਸੀਂ ਉਹਨਾਂ ਨੂੰ ਰਿਸਟ ਪੁਸਟ ਦੇਖ ਕੇ ਸਾਰਾ ਕੁਝ ਕਰਕੇ ਕਰਦੇ ਹਾਂ। ਇੱਥੇ ਨਾ ਜੀ ਕੱਲਾ ਖੂਨਦਾਨ ਦੀ ਗੱਲ ਨਹੀਂ ਹੈ, ਉੱਥੇ ਗੱਲ ਹੈਗੀ ਹੈ ਕਿ ਮਨੁੱਖਤਾ ਦੇ ਪ੍ਰਤੀ ਹਮਦਰਦੀ ਜੇਕਰ ਅਸੀਂ ਉਹਨਾਂ ਦੇ ਵਿੱਚ ਸਪਿਰਿਟ ਭਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਜਿਹੜਾ ਖੂਨਦਾਨ ਹੈ, ਸਰੀਰ ਦਾਨ ਹੈ, ਅੱਖਾਂ ਦਾਨ ਹੈ, ਕੱਲਾ ਸਾਡੇ ਵਿਦਿਆਰਥੀਆਂ ਨੇ ਆਪ ਨਹੀਂ ਕਰਨਾ ਹੁੰਦਾ। ਅਸੀਂ ਸਾਡੇ ਵਿਦਿਆਰਥੀਆਂ ਨੂੰ ਇਸ ਗੱਲ ਦੇ ਲਈ ਤਿਆਰ ਕਰਦੇ ਹਾਂ ਕਿ ਉਹ ਜਿਸ ਪਰਿਵਾਰ ਦੇ ਵਿੱਚ ਵਿਚਰਨ, ਜਿਸ ਸੁਸਾਇਟੀ ਦੇ ਵਿੱਚ ਵਿਚਰਨ, ਜਿਸ ਇਲਾਕੇ ਦੇ ਵਿੱਚ ਵਿਚਰਨ, ਉੱਥੇ ਜਾ ਕੇ ਉਹ ਦੂਜੇ ਲੋਕਾਂ ਨੂੰ ਇਸ ਕੰਮ ਦੇ ਲਈ ਨਾਲ ਮੋਟੀਵੇਟ ਕਰਨ, ਇਸ ਕੰਮ ਦੇ ਲਈ ਵੀ। ਵੈਸੇ ਵੀ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੂੰਗਾ ਕਿ ਜਦੋਂ ਅਸੀਂ ਅੱਜ ਦੇ ਦਿਨ ਪੰਜਾਬ ਦੇ ਵਿੱਚ ਬੈਠ ਕੇ ਵਰਲਡ ਰੈੱਡ ਕਰਾਸ ਸੁਸਾਇਟੀ ਦੀ ਗੱਲ ਕਰਦੇ ਹਾਂ, ਦਿਨ ਮਨਾਉਣ ਦੀ ਗੱਲ ਕਰਦੇ ਹਾਂ, ਤਾਂ ਮੈਂ ਸਮਝਦਾ ਕਿ ਸਿੱਖ ਇਤਿਹਾਸ ਦੇ ਸਿਰਮੌਰ ਸਾਡੇ ਜਿਹੜੇ ਮੈਂ ਉਹਨਾਂ ਨੂੰ ਸਿਰਮੌਰ ਸ਼ਹੀਦ ਕਹਾਂਗਾ, ਉਹ ਸਾਡੇ ਕੋਲੇ ਹੋਏ ਨੇ। ਹੈਨਰੀ ਡਿਊਨਾਸ ਦਾ ਨਾਮ ਭਾਵੇਂ ਵਰਲਡ ਲੈਵਲ ਦੇ ਉੱਤੇ ਵਰਲਡ ਲੈਵਲ ਦੀ ਸੁਸਾਇਟੀ ਦੇ ਵਿੱਚ ਆਉਂਦਾ ਹੈ, ਪਰ ਜਦੋਂ ਅਸੀਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਗਿਰਦ, ਉਹਨਾਂ ਦੇ ਅਨੁਯਾਈ, ਜਦੋਂ ਅਸੀਂ ਮੈਂ ਕਹਿ ਦਿਆਂ ਕਿ ਤੁਹਾਨੂੰ ਸ਼ਾਇਦ ਇੱਕ ਘਟਨਾ ਮੈਂ ਤੁਹਾਨੂੰ ਇੱਥੇ ਥੋੜ੍ਹੀ ਜਿਹੀ ਸਾਂਝੀ ਕਰਨੀ ਚਾਹੂੰਗਾ। ਭਾਈ ਕਨ੍ਹਈਆ ਜੀ ਦੇ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਹੈ। ਬਿਲਕੁਲ। ਜੰਗ ਦੇ ਮੈਦਾਨ ਦੇ ਵਿੱਚ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੌਜ ਦੇ ਵਿੱਚੋਂ ਲੋਕਾਂ ਨੇ, ਸਿਪਾਹੀਆਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਗੁਰੂ ਜੀ ਬਹੁਤ ਮਾੜੀ ਗੱਲ ਹੈ ਕਿ ਆਪਣੇ ਹੱਕ ਦਾ ਆਪਣਾ ਸਿਪਾਹੀ ਭਾਈ ਕਨ੍ਹਈਆ ਉਹ ਜਦੋਂ ਪਾਣੀ ਪਿਲਾਉਂਦਾ ਹੈ ਉਦੋਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦਾ ਹੈਗਾ। ਜਦੋਂ ਇਹ ਸ਼ਿਕਾਇਤ ਕੀਤੀ ਗਈ ਤੇ ਉਹਨਾਂ ਨੂੰ ਪੇਸ਼ ਕੀਤਾ ਗਿਆ ਭਾਈ ਕਨ੍ਹਈਆ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ, ਤਾਂ ਉਸ ਸਮੇਂ ਉਹਨਾਂ ਨੇ ਜੋ ਕੁਝ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਬੋਲੇ ਉਹ ਰੌਂਗਟੇ ਖੜੇ ਕਰਨ ਵਾਲੇ ਨੇ ਕਿ ਇਹ ਪਾਤਸ਼ਾਹ, ਮੈਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਕੁਰਲਾਹਟ ਦੇ ਵਿੱਚ ਜਿਹੜੇ ਉੱਥੇ ਸਿਪਾਹੀ ਜ਼ਖਮੀ ਹੋਏ ਹੁੰਦੇ ਨੇ ਉਹਨਾਂ ਨੂੰ ਪਾਣੀ ਪਿਲਾਉਣਾ, ਉਸ ਸਮੇਂ ਮੈਨੂੰ ਕੋਈ ਹਿੰਦੂ, ਮੁਸਲਮਾਨ, ਸਿੱਖ ਕੋਈ ਦਿਖਾਈ ਨਹੀਂ ਦਿੰਦਾ, ਮੈਨੂੰ ਸਾਰੇ ਦੇ ਸਾਰੇ ਤੁਹਾਡਾ ਰੂਪ ਦਿਖਾਈ ਦਿੰਦੇ ਨੇ, ਮੈਨੂੰ ਸਾਰੇ ਮਨੁੱਖ ਦਿਖਾਈ ਦਿੰਦੇ ਨੇ, ਮੈਨੂੰ ਸਾਰਿਆਂ ਦਾ ਦਰਦ ਇੱਕੋ ਜਿਹਾ ਲੱਗਦਾ ਹੈਗਾ। ਤਾਂ ਉਸ ਸਮੇਂ ਤੋਂ ਬਾਅਦ ਅਸੀਂ ਜਾਣਦੇ ਹਾਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਕਿਹਾ ਸੀ, ਜਿਹੜੇ ਸਿਪਾਹੀਆਂ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਦੀ ਸ਼ਿਕਾਇਤ ਨੂੰ ਨਕਾਰਦਿਆਂ ਹੋਇਆਂ, ਕਿ ਆਹ ਲੈ ਮੱਲਮ ਦੀ ਡੱਬੀ, ਅੱਜ ਤੋਂ ਬਾਅਦ ਤੂੰ ਪਾਣੀ ਪਿਲਾਉਣ ਦੇ ਨਾਲ ਨਾਲ ਮੱਲਮ ਪੱਟੀ ਵੀ ਕਰਿਆ ਕਰ। ਤਾਂ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਨਹੀਂ ਬਲਕਿ ਵਰਲਡ ਪੱਧਰ ਦੇ ਉੱਤੇ ਭਾਈ ਕਨ੍ਹਈਆ ਜੀ ਨੂੰ ਵੀ ਅਸੀਂ ਇਸ ਰੈੱਡ ਕਰਾਸ ਸੁਸਾਇਟੀ ਦਾ ਬਾਨੀ ਬਿਲਕੁਲ ਸ਼ਰੇਆਮ ਕਹਿ ਸਕਦੇ ਹਾਂ। ਹਾਂਜੀ ਸਰ, ਜਿਵੇਂ ਆਪਾਂ ਫਸਟ ਏਡ ਦੀ ਗੱਲ ਕੀਤੀ ਸੀ, ਖੂਨਦਾਨ ਕੈਂਪਾਂ ਦੀ ਗੱਲ ਕੀਤੀ ਸੀ, ਜਦੋਂ ਵਿਦਿਆਰਥੀ ਸਾਡੇ ਯੂਨਿਟ ਨਾਲ ਜੁੜਦੇ ਨੇ, ਰੈੱਡ ਕਰਾਸ ਸੁਸਾਇਟੀ ਨਾਲ ਜੁੜਦੇ ਨੇ, ਤਾਂ ਕਿ ਕੋਈ ਇਸ ਤਰ੍ਹਾਂ ਦੀ ਕੋਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਅੱਗੇ ਕੰਮ ਆਵੇ, ਇਸ ਤਰ੍ਹਾਂ ਬਾਰੇ, ਇਹਦੇ ਬਾਰੇ ਕੋਈ ਚਾਨਣਾ ਪਾਓ ਸਰ। ਬਹੁਤ ਵਧੀਆ ਸਵਾਲ ਹੈ ਸਰ ਤੁਹਾਡਾ। ਕੁਲਰੀਆ ਜੀ, ਗੱਲ ਇਸ ਤਰ੍ਹਾਂ ਕਿ ਜਦੋਂ ਅਸੀਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੇ ਟ੍ਰੇਨਿੰਗ ਕੈਂਪ ਲਾਉਂਦੇ ਹਾਂ, ਇੱਕ ਸਾਲ ਦੇ ਵਿੱਚ 10 ਰੋਜ਼ਾ ਜਾਂ 7 ਰੋਜ਼ਾ ਇੱਕ ਟ੍ਰੇਨਿੰਗ ਕੈਂਪ ਕੰਪਲਸਰੀ ਹੁੰਦਾ ਹੈ ਸਾਡੇ ਵਲੰਟੀਅਰਸ ਦੇ ਲਈ। ਉੱਥੇ ਉਸ ਕੈਂਪ ਦੇ ਦੌਰਾਨ ਜਿੱਥੇ ਅਸੀਂ ਵਿਦਿਆਰਥੀਆਂ ਨੂੰ ਆਪਣਾ ਜੀਵਨ ਜਿਉਣ ਦੇ ਲਈ ਜੋ ਕੁਝ ਉਹਨਾਂ ਨੂੰ ਚੀਜ਼ਾਂ ਜ਼ਰੂਰਤ ਹੁੰਦੀ ਹੈ, ਕੋਆਪਰੇਸ਼ਨ ਹੈ, ਇੱਕ ਦੂਜੇ ਨਾਲ ਮਿਲ ਕੇ ਚੱਲਣਾ, ਇੱਕ ਲੀਡਰਸ਼ਿਪ ਦੀ ਕੁਆਲਿਟੀ ਹੈ ਵੀ ਕਿਵੇਂ ਲੀਡਰ ਬਣ ਸਕਦੇ ਨੇ, ਕਿਉਂਕਿ ਪਰਿਵਾਰ 'ਚ ਲੀਡਰ ਬਣਨਾ, ਸੋਸਾਇਟੀ ਲੀਡਰ ਬਣਨਾ, ਤੇ ਉਹ ਇੱਕ ਸਾਡੇ ਕਲਚਰ ਨਾਲ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਕਲਚਰ ਨੂੰ ਨਹੀਂ ਸਮਝਦੇ ਜਾਣਦੇਗੇ ਉਨੀ ਦੇਰ ਤੱਕ ਇੱਕ ਅਸੀਂ ਉਹਨਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਅਸੀਂ ਉਹਨਾਂ ਦੇ ਵਿੱਚ ਭਰ ਦਿਆਂਗੇ। ਪਰ ਇਹ ਸਾਰੇ ਜਿਹੜੇ ਗੁਣ ਨੇ ਇਨਕਲਕੇਟ ਕਰਨ ਦੇ ਲਈ ਸਾਡੇ ਜਿਹੜੇ ਪ੍ਰੋਗਰਾਮ ਨੇ ਉੱਥੇ ਦੋ ਪੱਖਾਂ ਤੋਂ ਚੱਲਦੇ ਨੇਗੇ। ਇੱਕ ਸਾਡਾ ਪੱਖ ਹੈਗਾ ਵੀ ਜਿਸ ਦੇ ਰਾਹੀਂ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆਂਗੇ, ਉਹ ਹੈਗਾ ਸਾਡਾ ਫਸਟ ਏਡ ਦਾ। ਫਸਟ ਏਡ ਦਾ ਵਿਸ਼ਾ ਕੁਲਰੀਆ ਸਾਹਿਬ ਇੰਨਾ ਵੱਡਾ ਹੈ ਵੀ ਜੇ ਆਪਾਂ ਉਹਦੇ 'ਚ ਵਿਸਥਾਰਪੂਰਵਕ ਗੱਲ ਕਰਨ ਲੱਗ ਜਾਈਏ ਤਾਂ ਕਾਫੀ ਲੰਬਾ ਸਮਾਂ ਲੱਗੇਗਾ। ਫਸਟ ਏਡ ਦੇ ਵਿੱਚ ਵੀ ਕੋਈ ਫੱਟੜ ਹੈ, ਉਸ ਨੂੰ ਮੰਨ ਲਓ ਅਸੀਂ ਨੇ ਪੱਟੀਆਂ ਬਣਾਉਣੀਆਂ ਨੇ, ਕਿਹੜੀਆਂ ਪੱਟੀਆਂ ਬਣਾਉਣੀਆਂ ਨੇ, ਕਦੋਂ ਬਣਾਉਣੀਆਂ ਨੇ। ਨੰਬਰ 2 ਤੇ ਟੁੱਟਾਂ ਨੇ, ਸਾਡੇ ਕੋਈ ਐਕਸੀਡੈਂਟ ਹੋ ਗਿਆ, ਟੁੱਟ ਹੋ ਜਾਂਦੀ ਹੈ, ਟੁੱਟ ਕਿੰਨੇ ਕਿਸਮਾਂ ਦੀ ਹੈਗੀ,
ਸਿੰਪਲ ਹੈ, ਕੰਪਲਿਕੇਟਡ ਹੈ, ਕਿਵੇਂ ਹੈ ਉਹਦੇ ਬਾਰੇ ਵਿੱਚ ਤੇ ਉਸ ਨੂੰ ਕਿਵੇਂ ਟਰੀਟ ਕਰਨਾ ਹੈ। ਇੱਕ ਅਸੀਂ ਦੇਖਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਨਾ ਜਦੋਂ ਐਕਸੀਡੈਂਟ ਹੋ ਜਾਂਦੇ ਨੇ ਸੜਕਾਂ ਦੇ ਉੱਤੇ, ਜੇ ਮੰਨ ਲਓ 2% ਹੱਡੀ ਟੁੱਟੀ ਹੈ, ਉੱਥੋਂ ਦੇ ਲੋਕਾਂ ਨੂੰ ਉਹਨੂੰ ਪ੍ਰੋਪਰਲੀ ਕੈਰੀ ਨਹੀਂ ਕਰਨਾ ਆਉਂਦਾ ਵੀ ਕਾਰ ਦੇ ਵਿੱਚ ਉਹਨੂੰ ਚੱਕ ਕੇ ਕੈਰੀ ਕਰਕੇ ਪਾਉਣਾ ਕਿਵੇਂ। ਉਸ ਦੇ ਕਾਰਨ ਉਹ ਉਸ 5% ਟੁੱਟ ਨੂੰ ਉਹ 50% ਤੱਕ ਵਧਾ ਦਿੰਦੇ ਨੇ। ਅਸੀਂ ਉੱਥੇ ਵਿਦਿਆਰਥੀਆਂ ਨੂੰ ਕੈਂਪ ਦੇ ਦੌਰਾਨ ਵੀ ਕਿਸੇ ਫੱਟੜ ਨੂੰ ਲੱਤ ਤੋਂ ਸੱਟ ਵੱਜੀ ਹੈ, ਬਾਂਹ ਤੋਂ ਵੱਜੀ ਹੈ, ਸਿਰ ਤੋਂ ਵੱਜੀ ਹੈ, ਉਹਨੂੰ ਕੈਰੀ ਕਿਵੇਂ ਕਰਨਾ ਹੈ ਅਸੀਂ ਇਸ ਮਾਮਲੇ 'ਚ। ਇਸੇ ਤਰ੍ਹਾਂ ਹੀ ਅਸੀਂ ਕੋਈ ਸੱਪ ਦਾ ਦੱਸਿਆ ਹੈ, ਕੋਈ ਹਲਕੇ ਕੁੱਤੇ ਦਾ ਕੱਟਿਆ ਹੈ, ਇਸੇ ਤਰ੍ਹਾਂ ਹੀ ਕੋਈ ਹੋਰ ਕਿਸੇ ਜ਼ਹਿਰੀਲੇ ਜਾਨਵਰ ਦਾ ਕੱਟਿਆ ਹੈ, ਪਾਣੀ ਵਿੱਚ ਡੁੱਬਿਆ ਹੈ, ਹਾਂਜੀ, ਇਸ ਤਰ੍ਹਾਂ ਕਰਕੇ ਜਾਂ ਕੋਈ ਰੈਸਕਿਊ ਕਰਨਾ ਹੈ, ਕਿਵੇਂ ਕਰਨਾ, ਕੋਈ ਅੱਗ ਲੱਗ ਗਈ ਕਿਸੇ ਬਿਲਡਿੰਗ ਦੇ ਵਿੱਚ, ਉੱਥੇ ਧੂਆਂ ਧਾਰ ਹੋਇਆ ਵੈ, ਉੱਥੋਂ ਕਿਵੇਂ ਉਸ ਨੂੰ ਕੱਢਣਾ ਤੇ ਉਸ ਤੋਂ ਬਾਅਦ ਕੀ ਕੁਝ ਟਰੀਟ ਕਰਨਾ ਹੈ। ਤੇ ਇਸ ਤਰ੍ਹਾਂ ਹੀ ਫਸਟ ਏਡ ਕਿੱਟ ਕੀ ਹੁੰਦੀ ਹੈ, ਫਸਟ ਏਡ ਕਿੱਟ ਦੇ ਵਿੱਚ ਕਿਸ ਤਰ੍ਹਾਂ ਦਾ ਮਟੀਰੀਅਲ ਹੈ, ਉਹਨੂੰ ਕਿਵੇਂ ਯੂਜ਼ ਕਰਨਾ ਹੈ। ਇਸ ਤਰ੍ਹਾਂ ਕਰਕੇ ਅਸੀਂ ਨਾ ਫਸਟ ਏਡ ਕਿੱਟ ਇਕੱਲਾ ਥਿਓਰੀਟੀਕਲ ਨਹੀਂ ਹੈ, ਅਸੀਂ ਇੱਕ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਵਿਦਿਆਰਥੀਆਂ ਤੋਂ ਉਹਨਾਂ ਦੀਆਂ ਟੋਲੀਆਂ ਬਣਾ ਕੇ, ਉਹਨਾਂ ਦੀਆਂ 7-7 ਦੀਆਂ ਟੋਲੀਆਂ ਬਣਾ ਕੇ ਬਕਾਇਦਾ ਤੌਰ ਤੇ ਫੱਟੜ ਉਹਨਾਂ ਦੇ ਸਾਹਮਣੇ ਰੱਖ ਕੇ ਉਹਨੂੰ ਕਿਵੇਂ ਕੈਰੀ ਕਰਨਾ, ਇੱਕ ਪ੍ਰੈਕਟੀਕਲ ਤੇ ਥਿਓਰੀ ਨਾਲ ਨਾਲ ਉਹਨਾਂ ਦਾ ਕੰਪੀਟੀਸ਼ਨ ਦੇ ਰੂਪ ਦੇ ਵਿੱਚ ਚੱਲਦਾ ਹੈ। ਇੱਕ ਤਾਂ ਹੋ ਗਿਆ ਇਹ ਫਸਟ ਏਡ ਦੀ ਟ੍ਰੇਨਿੰਗ, ਤੇ ਦੂਸਰੀ ਇਹ ਨਾ ਫਸਟ ਏਡ ਦੀ ਟ੍ਰੇਨਿੰਗ ਜਿਹੜੀ ਹੈਗੀ ਹੈ, ਮੈਂ ਨੌਜਵਾਨਾਂ ਨੂੰ ਸਾਰਿਆਂ ਨੂੰ ਕਹੂੰਗਾ, ਤੁਹਾਨੂੰ ਯਾਦ ਹੋਗੇ ਜਾਪਾਨ ਵਰਗੇ ਕੰਟਰੀ ਨੇ ਜਿੱਥੇ ਕਿ 100% ਨਾਗਰਿਕਾਂ ਦੇ ਲਈ ਫਸਟ ਏਡ ਦੀ ਟ੍ਰੇਨਿੰਗ ਕੰਪਲਸਰੀ ਹੈ। ਹੋਰ ਵੀ ਬਹੁਤ ਸਾਰੇ ਦੇਸ਼ ਨੇਗੇ, ਤੇ ਸਾਡੇ ਦੇਸ਼ ਦੇ ਵਿੱਚ ਵੀ ਮੈਂ ਇਹ ਸਮਝਦਾ ਵੀ ਸਾਰਿਆਂ ਦੇ ਲਈ ਹੋਣੀ ਚਾਹੀਦੀ ਹੈਗੀ। ਜਿਵੇਂ ਸਕਾਊਟ ਐਂਡ ਗਾਈਡ ਦੇ ਵਿੱਚ ਵੀ ਇਹ ਫਸਟ ਏਡ ਦਾ ਇੱਕ ਬਕਾਇਦਾ ਤੌਰ ਦੇ ਉੱਤੇ ਇੱਕ ਬੈਚ ਹੈਗਾ ਉੱਥੇ ਵੀ। ਤੇ ਦੂਜੀ ਜਿਹੜੀ ਅਸੀਂ ਟ੍ਰੇਨਿੰਗ ਕਰਵਾਉਂਦੇ ਹੈਗੇ ਉਹ ਹੁੰਦੀ ਹੈਗੀ ਹੋਮ ਨਰਸਿੰਗ ਦੀ। ਹੋਮ ਨਰਸਿੰਗ ਦੀ ਟ੍ਰੇਨਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਪੇਸ਼ੈਂਟ ਨੂੰ ਸਾਈਕੋਲੋਜੀਕਲੀ ਕਿਵੇਂ ਡੀਲ ਕਰਨਾ ਹੈ, ਫਿਜ਼ੀਕਲੀ ਕਿਵੇਂ ਡੀਲ ਕਰਨਾ ਹੈ, ਉਹਦੀ ਕੇਅਰ ਕਿਵੇਂ ਕਰਨੀ ਹੈ, ਉਸ ਲਈ ਬਿਸਤਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਸੇ ਲਈ ਬੈਡਿੰਗ ਕਿੱਥੇ ਹੋਣੀ ਚਾਹੀਦੀ ਹੈਗੀ, ਉਹਦੇ ਲਈ ਕਿੰਨਾ ਉੱਚਾ ਹੋਣਾ ਚਾਹੀਦਾ, ਕਿੰਨਾ ਨੀਵਾਂ ਹੋਣਾ ਚਾਹੀਦਾ ਹੈਗਾ, ਉਸ ਦਾ ਵਾਸ਼ਰੂਮ ਕਿੱਥੇ ਹੋਣਾ ਚਾਹੀਦਾ ਹੈਗਾ, ਉੱਥੇ ਹਾਈਜੈਨਿਕ ਮਾਹੌਲ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਕੋਲੇ ਗੱਲਾਂ ਕਿਸ ਤਰ੍ਹਾਂ ਦੀਆਂ ਕਰਨੀਆਂ ਨੇਗੀਆਂ। ਤੇ ਇਹ ਸਾਰਾ ਕੁਝ ਅਸੀਂ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੀਆਂ ਟੋਲੀਆਂ ਦੇ ਰੂਪ ਦੇ ਵਿੱਚ ਉਹ ਬਿਸਤਰੇ ਵਗੈਰਾ ਲਗਾ ਕੇ ਉਹਨਾਂ ਨਾਲ ਉਸ ਲਈ ਪੇਸ਼ੈਂਟ ਬਣਾ ਕੇ ਤੇ ਗੱਲਾਂ ਬਾਤਾਂ ਕਰਕੇ ਕੀਤਾ ਜਾਂਦਾ ਹੈ। ਸ਼ਾਇਦ ਤੁਸੀਂ ਜਾਣਦੇ ਹੋ ਕਿ ਅੱਜ ਨਾ ਜਿਵੇਂ ਕੰਡਕਟਰ ਲੱਗਣਾ ਹੈ PRTC ਦੇ ਵਿੱਚ ਜਾਂ ਹੋਰ ਕਈ ਸਾਮੀਆਂ ਨੇ ਜਿੱਥੇ ਕਿ ਇਹ ਕੰਪਲਸਰੀ ਹੈ ਕਿ ਉਹਨਾਂ ਬੱਚਿਆਂ ਦੇ ਕੋਲੇ ਫਸਟ ਏਡ ਦਾ ਸਰਟੀਫਿਕੇਟ ਹੋਣਾ ਚਾਹੀਦਾ ਟ੍ਰੇਨਿੰਗ ਦਾ। ਤੇ ਇਸੇ ਤਰ੍ਹਾਂ ਹੀ ਹੋਟਲ ਮੈਨੇਜਮੈਂਟ ਤੇ ਟੂਰਿਜ਼ਮ, ਇਹ ਦੋ ਅਦਾਰੇ ਅੱਜ ਲਗਾਤਾਰ ਵੱਡੇ ਪੱਧਰ ਤੇ ਪ੍ਰਫੁੱਲਿਤ ਹੋ ਰਹੇ ਨੇਗੇ। ਤੇ ਉੱਥੇ ਹੋਟਲ ਮੈਨੇਜਮੈਂਟ ਦੇ ਮਾਮਲੇ ਵਿੱਚ ਕਰੀਅਰ ਦਾ ਬਹੁਤ ਵੱਡੇ ਪੱਧਰ ਤੇ ਸਕੋਪ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਸਾਡੇ ਕੈਂਪਾਂ ਦੇ ਦੌਰਾਨ ਹੋਮ ਨਰਸਿੰਗ ਦੀ ਟ੍ਰੇਨਿੰਗ ਲੈਤੀ ਹੋਈ ਹੁੰਦੀ ਹੈਗੀ, ਉਹਨਾਂ ਨੂੰ ਬਹੁਤ ਸਾਰੇ ਜਾਣੀ ਕਿ ਹਸਪਤਾਲ ਨੇ ਉਹਨਾਂ ਦੇ ਵਿੱਚ ਜੌਬ ਮਿਲ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜੇ ਹੋਟਲ ਨੇ ਬਹੁਤ ਵੱਡੇ ਵੱਡੇ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਜੌਬ ਮਿਲ ਜਾਂਦੀ ਹੈ। ਕਾਫੀ ਵੱਡੇ ਪੱਧਰ ਦੇ ਉੱਤੇ ਇਸ ਗੱਲ ਦਾ ਸਕੋਪ ਹੈ। ਤੇ ਮੈਂ ਇਹ ਸਮਝਦਾ ਵੀ ਇਹ ਦੋਨੋਂ ਟ੍ਰੇਨਿੰਗਾਂ ਬੱਚਿਆਂ ਦੇ ਲਈ ਵੱਡੇ ਪੱਧਰ ਦੇ ਉੱਤੇ ਕਾਫੀ ਹੱਦ ਤੱਕ ਵਧੀਆ ਟ੍ਰੇਨਿੰਗਸ ਨੇਗੀਆਂ। ਬਹੁਤ ਵਧੀਆ ਗੱਲ ਕੀਤੀ ਸਰ ਤੁਸੀਂ। ਹੁਣ ਆਪਾਂ ਵਿਦਿਆਰਥੀਆਂ ਦੇ ਲਈ ਸਰ ਥੋੜੀ ਜਿਹੀ ਇਸ ਗੱਲ ਦੀ ਵੀ ਜਾਣਕਾਰੀ ਦਿਓ ਵੀ ਜਿਹੜਾ ਸੰਗਠਨ ਹੈ, ਢਾਂਚਾ ਹੈ, ਉਹ ਕਿਹੋ ਜਿਹਾ ਹੈ, ਕਿਸ ਪੱਧਰ ਤੇ ਹੈ, ਇਹਦੇ ਬਾਰੇ ਵੀ ਥੋੜਾ ਜਿਹਾ ਵਿਸਥਾਰ ਦੇ ਵਿੱਚ ਸਾਨੂੰ ਜਾਣਨਾ ਪਾਓ। ਹਾਂਜੀ, ਜਿਵੇਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆਪਾਂ ਕਿ ਅੱਜ ਇਹ ਵਰਲਡ ਲੈਵਲ ਦੇ ਉੱਤੇ ਇਹ ਸੰਗਠਨ ਫੈਲਿਆ ਹੋਇਆ ਹੈ। ਹਾਂਜੀ, ਪਰੰਤੂ ਉਹ ਕੋਈ ਵੀ ਸੰਗਠਨ ਜਿਸ ਦੀਆਂ ਯੂਨਿਟ ਪੱਧਰ ਦੇ ਉੱਤੇ ਇਕਾਈਆਂ ਨਹੀਂ ਹੁੰਦੀਆਂ, ਉਹ ਵਰਲਡ ਪੱਧਰ ਦੇ ਉੱਤੇ ਫੈਲ ਨਹੀਂ ਸਕਦਾਗਾ। ਇਹਦਾ ਸੰਗਠਿਤ ਢਾਂਚਾ ਬੜਾ ਮਜ਼ਬੂਤ ਹੈ। ਤੰਦਾਂ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਉਲਝੀਆਂ ਹੋਈਆਂ ਨੇ, ਅਸੀਂ ਇਹ ਕਹਿ ਸਕਦੇ ਹਾਂ। ਕੋਆਰਡੀਨੇਸ਼ਨ ਪੂਰੀ ਚੱਲਦੀ ਹੈਗੀ। ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਬਣੀ ਹੋਈ ਹੈਗੀ। ਉਹ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਦਾ ਬਕਾਇਦਾ ਤੌਰ ਦੇ ਉੱਤੇ ਆਫਿਸ ਹੈ। ਉਹਦਾ ਜਿਹੜਾ ਮੇਨ ਆਫਿਸਰ ਹੁੰਦਾ ਹੈ ਉਹਨੂੰ ਅਸੀਂ ਡਿਸਟ੍ਰਿਕਟ ਸੈਕਟਰੀ ਕਹਿੰਦੇ ਹਾਂ, ਉਹ ਚਲਾਉਂਦਾ ਹੈ। ਤੇ ਉੱਥੇ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਦਾ ਜਿਹੜਾ ਚੇਅਰਪਰਸਨ ਹੈ, ਮੈਨੇਜਰ ਹੈ ਉਸਦਾ, ਉਹ ਉੱਥੋਂ ਦਾ ਜਾਂ ਤਾਂ ਡਿਪਟੀ ਕਮਿਸ਼ਨਰ ਸਾਹਿਬ ਜਾਂ ਡਿਪਟੀ ਕਮਿਸ਼ਨਰ ਦੇ ਆਮ ਤੌਰ ਤੇ ਜਿਹੜੇ ਉਹਨਾਂ ਦੇ ਵਾਈਫਸ ਨੇ ਉਹਨਾਂ ਨੂੰ ਚੇਅਰਪਰਸਨ ਬਣਾਇਆ ਜਾਂਦਾ। ਉਹਦੇ ਪਿੱਛੇ ਇੱਕ ਰੀਜ਼ਨ ਹੈ, ਕਿਉਂਕਿ ਜੇਕਰ ਡਿਪਟੀ ਕਮਿਸ਼ਨਰ ਮੰਨ ਲਓ ਆਪ ਬਹੁਤ ਜ਼ਿਆਦਾ ਬਿਜ਼ੀ ਹੁੰਦੇ, ਉਹਨਾਂ ਦੀ ਵਾਈਫ ਫ੍ਰੀ ਹੁੰਦੀ ਹੈਗੀ, ਉਹ ਨਾ ਸੁਸਾਇਟੀ ਦੇ ਪ੍ਰਤੀ ਕੁਛ ਨਾ ਕੁਛ ਮਾੜਾ ਮੋਟਾ ਕੰਮ ਲੋਕਾਂ ਦੇ ਹਿੱਤ ਦੇ ਵਿੱਚ ਕਰ ਲੈਣ, ਇਸ ਕਰਕੇ ਉਹ ਉਹਨਾਂ ਦੇ ਮਨ ਦੇ ਵਿੱਚ ਸ਼ੌਂਕ ਹੁੰਦਾ, ਪੂਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਡਿਸਟ੍ਰਿਕਾਂ ਨੂੰ ਇਕੱਠੇ ਕਰਨ ਦੇ ਲਈ, ਕੋਆਰਡੀਨੇਟ ਕਰਨ ਦੇ ਲਈ ਸਾਡੀ ਸਟੇਟ ਪੱਧਰ ਦੇ ਉੱਤੇ, ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਸਾਡਾ ਪੰਜਾਬ ਰੈੱਡ ਕਰਾਸ ਸੁਸਾਇਟੀ ਦਾ ਆਫਿਸ ਬਣਿਆ ਹੋਇਆ ਹੈ।
ਜਿਹੜਾ ਕਿ ਰੋਜ਼ ਗਾਰਡਨ ਆਫਿਸ, ਰੋਜ਼ ਗਾਰਡਨ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਉਸ ਦੇ ਬਿਲਕੁਲ ਨਾਲ ਹੈ। ਉੱਥੇ ਜਾ ਕੇ ਵੀ ਜਿਹੜੇ ਲੋਕ ਇਸੇ ਮੈਂਬਰ ਨੇ ਉਹਨਾਂ ਨੂੰ ਅਗਰ ਕਿਸੇ ਵੇਲੇ ਕਿਸੇ ਕਿਸਮ ਦੀ ਕੋਈ ਜ਼ਰੂਰਤ ਪੈਂਦੀ ਹੈ, ਹੈਲਪ ਜ਼ਰੂਰਤ ਪੈਂਦੀ ਹੈ, ਉਹ ਜਦੋਂ ਮਰਜ਼ੀ ਜਾ ਕੇ ਉੱਥੇ ਸੰਪਰਕ ਕਰ ਸਕਦੇ ਹਨ। ਤੇ ਡਿਸਟ੍ਰਿਕਾਂ ਦੀਆਂ ਅੱਗੇ ਇਕਾਈਆਂ ਨੇਗੀਆਂ, ਉਹ ਸਕੂਲਾਂ ਤੇ ਕਾਲਜਾਂ ਦੇ ਵਿੱਚ ਨੇ। ਉਹ ਸਕੂਲਾਂ ਤੇ ਕਾਲਜਾਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਕਿਵੇਂ ਕਿਵੇਂ ਕਰਕੇ ਉਹ ਕਰਦੀਆਂ ਨੇਗੀਆਂ। ਕਈ ਜਿਹੜੇ ਪ੍ਰੋਗਰਾਮ ਨੇ ਉਹ ਡਿਸਟ੍ਰਿਕਟ ਨਾਲ ਕਨੈਕਟੀਵਿਟੀ ਨਾ ਹੋਣ ਕਰਕੇ ਸਟੇਟ ਦੇ ਨਾਲ ਸਿੱਧੇ ਤੌਰ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਕੈਂਪ ਨੇਗੇ ਉਹ ਆਰਗੇਨਾਈਜ਼ ਕੀਤੇ ਜਾਂਦੇ ਨੇਗੇ। ਤੇ ਇਸ ਤਰ੍ਹਾਂ ਹੀ ਸਟੇਟਾਂ ਦਾ ਨੈਸ਼ਨਲ ਪੱਧਰ ਦੇ ਉੱਤੇ, ਫਿਰ ਨੈਸ਼ਨਲ ਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਰਾਬਤਾ ਹੁੰਦਾ ਹੈ। ਇੱਕ ਦੂਜੇ ਨਾਲ ਰਲ ਮਿਲ ਕੇ ਪੂਰੇ ਤਾਲਮੇਲ ਦੇ ਨਾਲ ਚੱਲਦੇ ਹਨ। ਬਹੁਤ ਬਹੁਤ ਸਰ ਤੁਹਾਡਾ ਧੰਨਵਾਦ। ਤੁਸੀਂ ਵਿਸਥਾਰ ਦੇ ਵਿੱਚ ਜੋ ਅੱਜ ਦਾ ਇਹ ਦਿਹਾੜਾ ਹੈ ਉਸ ਨੂੰ ਸਾਡੇ ਜੋ ਇਤਿਹਾਸ ਹੈ ਉਹਦੇ ਨਾਲ ਜੋੜ ਕੇ, ਪਲੱਸ ਜੋ ਵਿਸ਼ਵ ਪੱਧਰੀ ਇਹਦਾ ਜਨਮਦਾਤਾ ਹੈ ਉਹਨਾਂ ਦੀਆਂ ਜੋ ਆਦਰਸ਼ ਨੇ, ਜੋ ਉਹਨਾਂ ਦੇ ਨਿਯਮ ਨੇ ਜਾਂ ਸਿਧਾਂਤ ਨੇ, ਉਹਨਾਂ ਨਾਲ ਜੋੜ ਕੇ ਗੱਲਾਂ ਕੀਤੀਆਂ। ਖਾਸ ਤੌਰ 'ਤੇ ਵਿਦਿਆਰਥੀਆਂ ਲਈ ਵੀ ਉਹ ਕਿਵੇਂ ਜੁੜ ਸਕਦੇ ਨੇ, ਕਿਵੇਂ ਲਾਹੇਵੰਦ ਹੈ। ਇਹ ਬਹੁਤ ਅੱਛੀ ਤੁਸੀਂ ਗੱਲਬਾਤ ਕੀਤੀ ਤਾਂ ਕਿ ਜਿਹੜਾ ਸਾਡਾ ਇਹ ਮੈਸੇਜ ਹੈ ਇਹ ਅੱਗੇ ਵਿਦਿਆਰਥੀਆਂ ਤੱਕ ਜਾਵੇ, ਵਿਦਿਆਰਥੀਆਂ ਨੂੰ ਸਮਾਜ ਦੇ ਵਿੱਚ ਲੈ ਕੇ ਜਾਣ। ਆਖਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਭਾਈ ਕਨ੍ਹਈਆ ਜੀ ਨੂੰ ਅਸੀਂ ਇਹਦਾ ਬਾਨੀ ਕਹਿ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਭਗਤ ਪੂਰਨ ਸਿੰਘ ਜੀ ਦੇ ਨਾਮ ਜੀ ਤੋਂ ਭਗਤ ਪੂਰਨ ਸਿੰਘ ਜੀ ਦੇ ਨਾਮ ਤੋਂ ਕੌਣ ਨਹੀਂ ਜਾਣਦਾ ਹੈਗਾ। ਦੀਨ ਦੁਖੀਆਂ ਦੇ ਵਾਸਤੇ ਜੋ ਮਤਲਬ ਗੁੰਗੇ ਨੇ, ਬਹਿਰੇ ਨੇ, ਮੰਨ ਲਓ ਉਹਨਾਂ ਵਾਸਤੇ ਪਿੰਗਲਵਾੜਾ ਕਿੱਡਾ ਵੱਡਾ ਉਹਨਾਂ ਦੀ ਸੰਸਥਾ ਹੈ। ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜੋ ਸਾਡੇ ਸਮਾਜ ਸੇਵੀ ਲੋਕ ਨੇ, ਬਹੁਤ ਸਾਰੇ ਲੋਕ ਨੇ। ਅਤੇ ਇਸੇ ਤਰ੍ਹਾਂ ਜੋ ਰੈੱਡ ਕਰਾਸ ਸੁਸਾਇਟੀ ਹੈ ਇਸ ਦੇ ਵਿੱਚ ਵੀ ਸਾਡੇ ਜਿਹੜੇ ਪੰਜਾਬੀ ਲੋਕ ਨੇ ਉਹ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਨੇ। ਆਖਰ ਦੇ ਵਿੱਚ ਤੁਸੀਂ ਵਿਦਿਆਰਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਕਿਉਂਕਿ ਜੋ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਹ ਸ਼੍ਰੀ ਮਹਿੰਦਰਪਾਲ ਜੀ ਮਹਿੰਦਾ ਜੋ ਕਿ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੇ ਲਈ ਨਵੇਂ ਟੌਪਿਕ ਲੈ ਕੇ ਆਉਂਦੇ ਨੇ, ਕੱਢ ਕੇ ਲੈ ਕੇ ਆਉਂਦੇ ਨੇ, ਉਹਨਾਂ ਨੇ ਤਿਆਰ ਕਰਵਾਇਆ ਹੈ। ਅਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਬਾਰੇ ਆਪਣੀ ਗੱਲਬਾਤ? ਹਾਂਜੀ, ਸ਼ੁਕਰੀਆ ਜੀ ਜਗਦੀਸ਼ ਜੀ। ਮੈਨੂੰ ਵੀ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਸ਼੍ਰੀ ਮਹਿੰਦਰਪਾਲ ਜੀ ਵਰਗੇ ਸਾਥੀ ਲਗਾਤਾਰ ਆਨਲਾਈਨ ਐਜੂਕੇਸ਼ਨ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਪੂਰੀ ਸ਼ਿੱਦਤ ਦੇ ਨਾਲ ਲੱਗੇ ਹੋਏ ਨੇ। ਬੱਚਿਆਂ ਦੇ ਲਈ ਉਹਨਾਂ ਦੀਆਂ ਜਿਹੜੀਆਂ ਵੀ ਵੀਡੀਓਜ਼ ਭੇਜੀਆਂ ਜਾਂਦੀਆਂ ਨੇ ਬਹੁਤ ਲਾਹੇਵੰਦੀਆਂ ਨੇਗੀਆਂ। ਤੁਸੀਂ ਮੈਸੇਜ ਦੀ ਗੱਲ ਕੀਤੀ ਹੈ, ਮੈਂ ਮੈਸੇਜ ਤਾਂ ਨਹੀਂ ਖੈਰ ਕੋਈ ਦੇ ਸਕਦਾ, ਪਰ ਮੈਂ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾ ਸਕਦਾ ਕਿ ਸਾਡੀ ਧਰਤੀ ਦਾ ਜ਼ਰਾ ਮਨੁੱਖਤਾ ਦੀ ਸੇਵਾ ਦੇ ਨਾਲ ਭਰਿਆ ਹੋਇਆ ਹੈ। ਸਾਡਾ ਇਤਿਹਾਸ ਜਿੱਥੇ ਕਿਤੇ ਵੀ ਅਸੀਂ ਕੋਈ ਗੱਲ ਚੱਕਦੇ ਹਾਂ, ਕਦਮ ਮਿਲਾਉਂਦੇ ਹਾਂ, ਉੱਥੇ ਮਨੁੱਖਤਾ ਦੇ ਭਲੇ ਹਿੱਤ, ਸਾਡੇ ਧਰਮਾਂ ਦੀ ਫਿਲਾਸਫੀ, ਚਾਹੇ ਕੋਈ ਵੀ ਧਰਮ ਹੈਗਾ, ਉਹ ਮਨੁੱਖਤਾ ਦੇ ਹਿੱਤ ਦੇ ਵਿੱਚ ਮਨੁੱਖ ਨੂੰ ਭੁਗਤਣ ਦੇ ਲਈ ਲਗਾਤਾਰ ਕਹਿੰਦੀ ਹੈ। ਤੇ ਇਸ ਕਰਕੇ ਅਸੀਂ ਸਾਡੀ ਜਿਹੜੀ ਸਮੁੱਚੀ ਸੰਸਕ੍ਰਿਤੀ ਹੈ, ਖਾਸ ਤੌਰ 'ਤੇ ਪੰਜਾਬੀਆਂ ਦੀ, ਭਾਰਤੀਆਂ ਦੀ, ਉਹ ਸੰਸਕ੍ਰਿਤੀ ਦੇ ਵਿੱਚ ਸਾਨੂੰ ਜਨਮ ਤੋਂ ਹੀ ਇਹ ਗੱਲ ਸਿਖਾਈ ਜਾਂਦੀ ਹੈ ਕਿ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ। ਇੱਕ ਤੁਸੀਂ ਕਹਾਵਤ ਵੀ ਸੁਣੀ ਹੋਏਗੀ ਕਿ ਸਭ ਤੋਂ ਪਹਿਲਾਂ ਜਦੋਂ ਸਾਡੇ ਕੋਈ ਕੰਮ ਆਉਂਦਾ ਸਾਡਾ ਗੁਆਂਢੀ ਆਉਂਦਾ ਹੈ, ਉੱਥੇ ਸਾਡੇ ਰਿਸ਼ਤੇ ਨਾਤੇ ਵੀ ਦੂਰ ਰਹਿ ਜਾਂਦੇ ਨੇਗੇ। ਉਹ ਵੀ ਗੱਲ ਸਾਡੇ ਸੁਸਾਇਟੀ ਦੇ ਵਿੱਚੋਂ, ਸਾਡੀ ਸੰਸਕ੍ਰਿਤੀ ਦੇ ਵਿੱਚੋਂ, ਇਹ ਰੈੱਡ ਕਰਾਸ ਸੁਸਾਇਟੀ ਦੇ ਵਿੱਚੋਂ ਹੀ ਕਿਤੇ ਨਾ ਕਿਤੇ ਆਈ ਹੋਈ ਹੈਗੀ। ਮੈਸੇਜ ਦੇ ਰੂਪ ਦੇ ਵਿੱਚ ਤੁਹਾਨੂੰ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ, ਪਹਿਲੀ ਗੱਲ ਤਾਂ ਅੱਜ ਦੇ ਦਿਨ ਦੀ ਜਿੰਨੇ ਵੀ ਸਾਡੇ ਸਰੋਤੇ ਇਸ ਗੱਲ ਨਾਲ ਜੁੜੇ ਹੋਏ ਨੇ, ਜਾਂ ਜਿੰਨੇ ਵੀ ਸਰੋਤੇ ਵਰਲਡ ਰੈੱਡ ਕਰਾਸ ਸੁਸਾਇਟੀ, ਭਾਰਤੀ ਰੈੱਡ ਕਰਾਸ ਸੁਸਾਇਟੀ, ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਨਾਲ ਸਿੱਧੇ ਜਾਂ ਸਿੱਧੇ ਰੂਪ ਜੁੜੇ ਹੋਏ ਨੇ, ਉਹਨਾਂ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ। ਆਓ ਆਪਾਂ ਅੱਜ ਦੇ ਦਿਨ ਇੱਕ ਚਿੰਤਨ ਕਰੀਏ, ਸਰ ਹੈਨਰੀ ਡਿਊਨਾਜ਼, ਉਸ ਦੇ ਜੀਵਨ ਤੋਂ ਕੋਈ ਸਿੱਖਿਆ ਲਈਏ, ਭਾਈ ਕਨ੍ਹਈਆ ਜੀ ਦੇ ਜੀਵਨ ਤੋਂ ਕੁਝ ਸਿੱਖੀਏ, ਅਤੇ ਭਗਤ ਪੂਰਨ ਸਿੰਘ ਵਰਗੇ ਜਿਹੜੇ ਜਾਣੀ ਕਿ ਮਨੁੱਖਤਾ ਦੇ ਭਲੇ ਹਿੱਤ ਇੱਕ ਸ਼ਦਾਈ ਦੇ ਰੂਪ ਦੇ ਵਿੱਚ ਕੰਮ ਕਰਦੇ ਰਹੇ ਨੇ, ਉਹਨਾਂ ਤੋਂ ਕੁਝ ਸਿੱਖੀਏ। ਅਤੇ ਆਪਾਂ ਸਾਰੇ ਜਣੇ ਮਨੁੱਖਤਾ ਦੇ ਭਲੇ ਹਿੱਤ ਜਿੱਥੇ ਕਿਤੇ ਵੀ ਅਸੀਂ ਕੁਝ ਕਰ ਸਕਦੇ ਹਾਂ ਉੱਥੇ ਅਸੀਂ ਕਰੀਏ। ਇਕੱਲਾ ਪਦਾਰਥਵਾਦੀ ਯੁੱਗ ਦੇ ਵਿੱਚ ਆਪਣੇ ਲਈ ਹੀ ਸਾਰਾ ਕੁਝ ਕਰ ਗੁਜ਼ਰਨਾ ਇਹ ਪਸ਼ੂ ਵੀ ਕਰਦੇ ਹਨ, ਪਰ ਮਨੁੱਖਤਾ ਦੇ ਹਿੱਸੇ ਇਹ ਕੁਝ ਹੈ ਕਿ ਅਸੀਂ ਸੰਵੇਦਨਸ਼ੀਲ ਰਹਿਣਾ ਹੈ, ਅਸੀਂ ਵੱਧ ਤੋਂ ਵੱਧ ਸੰਵੇਦਨਸ਼ੀਲਤਾ ਦਿਖਾਉਣੀ ਹੈ ਅਤੇ ਆਪਣੀ ਇਸ ਸੁਸਾਇਟੀ ਨੂੰ ਮਨੁੱਖ ਦੇ ਨੇੜੇ ਹੋਵੇ, ਮਨੁੱਖ ਦੇ ਸਾਂਝ ਪਾਵੇ ਅਤੇ ਮਨੁੱਖ ਦਾ ਦੁੱਧ ਸਮਝੇ ਅਤੇ ਉਸ ਦਾ
ਸਾਂਝ ਪਾ ਕੇ ਉਸ ਨੂੰ ਮਾੜਾ ਮੋਟਾ ਰਿਲੀਫ ਜਿੱਥੇ ਕਿਤੇ ਦਵਾ ਸਕਦੇ ਹਾਂ। ਅਖੀਰ ਦੇ ਉੱਤੇ ਮੈਂ ਗੱਲ ਕਹਿਣੀ ਚਾਹੂੰਗਾ ਕਿ ਅੱਜ ਸਾਡੇ ਚਿਹਰਿਆਂ ਦੇ ਉੱਤੇ ਰੌਣਕ ਜ਼ਰੂਰ ਆਉਣੀ ਚਾਹੀਦੀ ਹੈਗੀ। ਇਹ ਦੁਨੀਆ ਮੰਡੀ ਪੈਸੇ ਦੀ, ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਭਾਅ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ, ਹੱਸਣ ਦੀ ਆਦਤ ਪਾ ਸੱਜਣਾ। ਸੋ ਆਓ ਇਸ ਮੁਬਾਰਕ ਮੌਕੇ ਦੇ ਉੱਤੇ ਅਸੀਂ ਇੱਕ ਦੂਜੇ ਨੂੰ ਖੁਸ਼ ਹੋਈਏ, ਖੁਸ਼ ਹੋ ਕੇ ਮਿਲੀਏ, ਇੱਕ ਦੂਜੇ ਨਾਲ ਹੱਸੀਏ ਖੇਡੀਏ, ਇੱਕ ਦੂਜੇ ਦੇ ਦੁੱਖਾਂ ਦਰਦਾਂ ਨੂੰ ਸਮਝੀਏ ਤੇ ਅਸੀਂ ਇਸ ਮਨੁੱਖਤਾ ਨੂੰ ਹੋਰ ਜ਼ਿਆਦਾ ਇਸ ਸੁਸਾਇਟੀ ਨੂੰ ਖੂਬਸੂਰਤ ਬਣਾਈਏ ਤੇ ਬੁਲੰਦੀਆਂ ਤੇ ਜਾਈਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।